ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਸੋਚ ਦੇ ਇੱਕ ਹੋਰ ਐਪੀਸੋਡ ਤੇ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਮੇਰਾ ਨਾਮ ਹੈ ਜਸਮੀਤ। 3 ਹਫ਼ਤੇ ਪਹਿਲਾਂ April 15th 2021 ਇੰਡੀਅਨਾਪੋਲਿਸ ਦੀ FedEx ਫੈਸਿਲਿਟੀ ਦੇ ਵਿੱਚ ਇੱਕ ਸ਼ੂਟਿੰਗ ਹੋਈ ਜਿੱਥੇ 8 ਕਮਿਊਨਿਟੀ ਮੈਂਬਰਸ ਦੀ ਡੈਥ ਹੋ ਗਈ। ਅਮਰਜੀਤ ਜੋਹਲ, ਅਮਰਜੀਤ ਸੇਖੋਂ, ਜਸਵਿੰਦਰ ਕੌਰ, ਜਸਵਿੰਦਰ ਸਿੰਘ, John Weisert, Matthew Alexander, Samara Blackwell, Carly Smith. ਜਿੱਦਾਂ ਤੁਸੀਂ ਸੁਣਿਆ, 4 ਵਿਕਟਮਸ ਸਿੱਖ ਪੰਜਾਬੀ ਕਮਿਊਨਿਟੀ ਦੇ ਮੈਂਬਰ ਸੀ। ਜਦ ਕਮਿਊਨਿਟੀ ਦੇ ਵਿੱਚ ਇੱਦਾਂ ਦੀ ਘਟਨਾ ਹੋ ਜਾਂਦੀ ਹੈਗੀ ਆ, ਬਹੁਤ ਸਾਰੇ ਮਨ ਦੇ ਵਿੱਚ ਸਵਾਲ ਉੱਠਦੇ ਆ, ਖਿਆਲ ਆਉਂਦੇ ਆ ਕਿ ਇਹ ਕਿਉਂ ਹੋਇਆ, ਕਾਹਦੇ ਲਈ ਹੋਇਆ। ਅਸੀਂ ਵੱਖਰੇ ਵੱਖਰੇ ਇਮੋਸ਼ਨਸ ਵੀ ਐਕਸਪੀਰੀਅੰਸ ਕਰ ਸਕਦੇ ਹਾਂ, ਭਾਵੇਂ ਉਹ ਡਰ ਹੋਵੇ, ਗੁੱਸਾ ਹੋਵੇ, ਨਫ਼ਰਤ ਹੋਵੇ ਜਾਂ ਉਦਾਸੀ। ਤਾਂ ਹੀ ਅਸੀਂ ਚਾਹੁੰਦੇ ਸੀ ਕਿ ਇਸ ਐਪੀਸੋਡ ਦੇ ਵਿੱਚ ਅਸੀਂ ਇਸ ਇਨਸੀਡੈਂਟ ਬਾਰੇ ਗੱਲ ਕਰੀਏ ਤੇ ਜਾਣੀਏ ਕਿ ਇਸ ਵੇਲੇ ਇੰਡੀਅਨਾਪੋਲਿਸ ਦੇ ਵਿੱਚ ਐਂਡ ਬਾਕੀ ਜਿਹੜੀ ਸਿੱਖ ਪੰਜਾਬੀ ਕਮਿਊਨਿਟੀ ਹੈਗੀ ਆ, ਉਹ ਕੀ ਐਕਸਪੀਰੀਅੰਸ ਕਰ ਰਹੀ ਆ, ਉਹਨਾਂ ਦੇ ਕੀ ਚੈਲੰਜਸ ਹੈਗੇ ਆ। ਕਿਉਂਕਿ ਆਪਣੀ ਸੋਚ ਤੇ ਅਤੇ ਆਪਣੇ ਮਨ ਤੇ ਧਿਆਨ ਦੇਣਾ ਇਸ ਵੇਲੇ ਬਹੁਤ ਜ਼ਰੂਰੀ ਆ। ਐਂਡ ਅਕਸਰ ਅਸੀਂ ਆਪਣੀ ਖੁਦ ਦੀ ਦੇਖਭਾਲ ਕਰਨਾ ਭੁੱਲ ਜਾਂਦੇ ਆ ਜਦ ਕਮਿਊਨਿਟੀ ਦੇ ਵਿੱਚ ਇੱਦਾਂ ਦਾ ਹਾਦਸਾ ਹੋ ਜਾਂਦਾ ਆ। ਸੋ ਅਸੀਂ ਜਾਣਦੇ ਹਾਂ ਕਿ ਅੱਜ ਦਾ ਐਪੀਸੋਡ ਸ਼ਾਇਦ ਤੁਹਾਡੇ ਲਈ ਬਹੁਤ ਹੈਵੀ ਹੋਵੇ, ਪਰ ਅਸੀਂ ਤੁਹਾਨੂੰ ਐਨਕਰੇਜ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ, ਕਿਉਂਕਿ ਅੱਜ ਦੀ ਡਿਸਕਸ਼ਨ ਵਿੱਚ ਅਸੀਂ ਗੱਲ ਕਰਾਂਗੇ ਕਿ ਅਫਸੋਸ ਦਾ ਪ੍ਰੋਸੈਸ ਕੀ ਹੁੰਦਾ ਆ, ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਮਦਦ ਕਰ ਸਕਦੇ ਆ ਤੇ ਕਿਸ ਤਰ੍ਹਾਂ ਕਮਿਊਨਿਟੀ ਇੱਕ ਦੂਜੇ ਦਾ ਸਹਾਰਾ ਬਣ ਸਕਦੀ ਆ ਇਸ ਮੁਸ਼ਕਿਲ ਘੜੀ ਦੇ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਮਨੀਤ ਹੈਗਾ ਆ ਐਂਡ ਜਿਵੇਂ ਜਸਮੀਤ ਨੇ ਸ਼ੇਅਰ ਕੀਤਾ, ਜਿਹੜੀ ਐਕਟੀਵਿਟੀਜ਼ ਆਪਣੇ ਯੂਨਾਈਟਿਡ ਸਟੇਟਸ ਇੰਡੀਅਨਾਪੋਲਿਸ ਦੇ ਵਿੱਚ ਹੋਈਆਂ ਬਹੁਤ ਡੈਵਸਟੇਟਿੰਗ ਹੈਗੀ ਆ। ਮੈਂ ਤੇ ਜਸਮੀਤ few years ago ਅਸੀਂ ਇੰਡੀਅਨਾਪੋਲਿਸ ਆਦੇ ਸੋਚ ਦੇ ਕੰਮ ਨਾਲ ਇਨਵਾਈਟਡ ਸੀਗੇ ਯੂਨੀਵਰਸਿਟੀ ਦੇ ਵਿੱਚ ਸਾਊਥ ਏਸ਼ੀਅਨ ਮੈਂਟਲ ਹੈਲਥ ਬਾਰੇ ਗੱਲਬਾਤ ਕੀਤੀ। ਲੋਕਲ ਗੁਰਦੁਆਰੇ ਦੇ ਵਿੱਚ ਅਸੀਂ ਦਰਸ਼ਨ ਵੀ ਕੀਤੇ ਸੀਗੇ। ਸੋ ਜਦੋਂ ਇਮੇਜਸ ਆਈ ਸੀ ਕਿ ਗੁਰਦੁਆਰੇ ਦੇ ਵਿੱਚ ਸਾਰੇ ਇਕੱਠੇ ਹੋ ਕੇ ਕਮਿਊਨਿਟੀ ਦੀ ਜਿਹੜੀ ਟ੍ਰੈਜਡੀ ਹੋਈ ਆ ਉਹਦੇ ਬਾਰੇ ਗੱਲਬਾਤ ਕਰ ਰਹੇ ਆ, ਸਾਨੂੰ ਬਹੁਤ ਦੁੱਖ ਲੱਗਿਆ। ਆਈ ਥਿੰਕ ਆਪਾਂ ਸਿੱਖ ਬਣ ਕੇ, ਸਿੱਖ ਕਮਿਊਨਿਟੀ ਦੇ ਹੋ ਕੇ ਜਦੋਂ ਵੀ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਵੀ ਗੱਲਬਾਤ ਹੁੰਦੀ ਆ ਵਰਲਡ ਵਾਈਡ, ਆਪਣੇ ਮਨ ਨੂੰ ਬਹੁਤ ਚੋਟ ਪਹੁੰਚਦੀ ਆ। ਤੇ ਅੱਜ ਸਾਡਾ ਮਕਸਦ ਹੈਗਾ ਆ ਮਾਨਸਿਕ ਸਿਹਤ ਬਾਰੇ ਗੱਲਬਾਤ ਕਰਨਾ ਤੇ ਡਿਸਕਵਰ ਕਰਨਾ ਕਿ ਆਪਾਂ ਆਪਦੀ ਮਾਨਸਿਕ ਸਿਹਤ ਦੀ ਕਿਵੇਂ ਧਿਆਨ ਰੱਖ ਸਕਦੇ ਹਾਂ, ਕਮਿਊਨਿਟੀ ਦੀ ਕਿਵੇਂ ਧਿਆਨ ਰੱਖ ਸਕਦੇ ਹਾਂ। ਸੋ ਅੱਜ ਸਾਡੇ ਐਪੀਸੋਡ ਦੇ ਵਿੱਚ 2 ਕਮਿਊਨਿਟੀ ਮੈਂਬਰਸ ਸਾਡੇ ਨਾਲ ਜੁੜੇ ਹੈਗੇ ਆ ਇਹ ਕਨਵਰਸੇਸ਼ਨ ਬਾਰੇ ਐਂਡ ਦੋਨੋਂ ਇੰਡੀਅਨਾਪੋਲਿਸ ਦੇ ਵਿੱਚ ਰਹਿੰਦੇ ਆ। ਸੋ ਪਹਿਲਾਂ ਮੈਂ ਇਨਵਾਈਟ ਕਰਦੀ ਹਾਂ ਜੱਸੀ ਨੂੰ, ਤੁਸੀਂ ਥੋੜਾ ਬਹੁਤਾ ਆਪਦੇ ਬਾਰੇ ਦੱਸੋ ਤੇ ਜਿਹੜੀ ਤੁਸੀਂ ਲੋਕਲ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ ਗਾਇਜ਼। ਅਸੀਂ ਲੋਕਲ ਆਰਗੇਨਾਈਜੇਸ਼ਨ ਇੱਥੇ ਸ਼ੁਰੂ ਕੀਤੀ ਆ, ਲੋਕੀ ਇੰਡੀ। ਅਸੀਂ ਫੋਕਸ ਕਰਦੇ ਹਾਂ ਕਿ ਜਿਹੜੀ ਯੂਥ ਆ ਉਹ ਸਾਡੇ ਕਲਚਰ ਨਾਲ, ਸਾਡੇ ਸਿੱਖੀ ਨਾਲ ਤੇ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਆ ਉਹਨਾਂ ਜੁੜੇ ਰਹਿਣ। ਸੋ ਅਸੀਂ ਪ੍ਰੋਵਾਈਡ ਕਰਦੇ ਹਾਂ ਸਕਿੱਲਸ ਐਂਡ ਕਮਿਊਨਿਟੀ ਓਪਰਚੁਨਿਟੀਜ਼ ਜਿੱਥੇ ਉਹ ਇਕੱਠੇ ਹੋ ਸਕਣ, ਆਪਣੀ ਕਮਿਊਨਿਟੀ ਨੂੰ ਵਾਪਸ ਦੇ ਸਕਣ। ਤੇ ਸਾਨੂੰ ਰਾਈਟ ਨਾਓ ਬਹੁਤ ਦੁੱਖ ਆ ਕਿ ਸਾਡੀ ਕਮਿਊਨਿਟੀ ਨਾਲ ਏਡਾ ਵੱਡਾ ਹਾਦਸਾ ਹੋਇਆ ਤੇ ਅਸੀਂ ਟਰਾਈ ਕਰ ਰਹੇ ਹਾਂ, ਵਰਕ ਕਰ ਰਹੇ ਹਾਂ ਕਿ ਕੁਛ ਇਹਦਾ ਹੱਲ ਨਿਕਲੇ। ਪਰ ਰਾਈਟ ਨਾਓ ਸਾਨੂੰ ਕਮਿਊਨਿਟੀ ਦੀ ਲੋੜ ਆ। ਸਾਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੀ ਸਾਡੇ ਮਨ ਤੇ ਇੰਨੀ ਪਰੇਸ਼ਾਨੀ ਹੋਈ ਆ ਤੇ ਉਹਨੂੰ ਅਸੀਂ ਕਿੱਦਾਂ ਸੋਲਵ ਕਰਨਾ, ਆਪਣੇ ਬਜ਼ੁਰਗਾਂ ਨੂੰ ਅਸੀਂ ਕਿੱਦਾਂ ਮੈਂਟਲ ਸਪੇਸ ਦੇਣਾ ਹੈ ਕਿ ਉਹ ਸੇਫ ਫੀਲ ਕਰਨ ਤੇ ਸਾਡੇ ਨਾਲ ਸ਼ੇਅਰ ਕਰਨ, ਆਪਣੇ ਦੁੱਖ ਸੁੱਖ ਕਰਨ ਸਾਡੇ ਨਾਲ। ਲੋਕੀ ਸਾਰਿਆਂ ਲਈ ਓਪਨ ਆ, ਜਾਂ ਤੁਹਾਨੂੰ ਹੈਲਪ ਚਾਹੀਦੀ ਆ ਤੁਸੀਂ ਲੋਕੀ ਆ ਜਾਓ, ਸਾਨੂੰ ਰੀਚ ਆਊਟ ਕਰੋ ਐਂਡ ਅਸੀਂ ਇੱਥੇ ਆ ਤੁਹਾਡੀ ਜਿਵੇਂ ਵੀ ਤੁਹਾਨੂੰ ਹੈਲਪ ਚਾਹੀਦੀ ਹੈ। ਜਿਹੜੀਆਂ ਫੈਮਲੀਜ਼ ਨੂੰ ਅਫੈਕਟ ਕੀਤਾ ਹਾਦਸੇ ਨੇ, ਭਾਵੇਂ ਤੁਹਾਨੂੰ ਡਾਇਰੈਕਟਲੀ ਨਹੀਂ ਹਾਦਸੇ ਨੇ ਅਫੈਕਟ ਕੀਤਾ, ਅਸੀਂ ਤਾਂ ਵੀ ਲੈਂਦੇ ਆ ਰਿਸਪੌਂਸਿਬਿਲਿਟੀ ਕਿ ਸਾਨੂੰ ਤੁਸੀਂ ਦੇਵੋ ਓਪਰਚੁਨਿਟੀ ਐਂਡ ਵਿਲ ਹੈਲਪ ਯੂ ਗਾਇਜ਼। ਥੈਂਕ ਯੂ ਜੱਸੀ। ਆਈ ਥਿੰਕ ਜਿਹੜਾ ਤੁਸੀਂ ਇਨੀਸ਼ੀਏਟਿਵ ਲੈ ਕੇ ਸੋਚ ਨੂੰ ਕੰਟੈਕਟ ਕੀਤਾ, ਸੋਚ ਅਸੀਂ ontario ਦੇ ਵਿੱਚ ਬੇਸਡ ਹੈਗੇ ਹਾਂ ਕੈਨੇਡਾ ਦੇ ਵਿੱਚ, ਤੇ ਤੁਸੀਂ ਸਾਨੂੰ ਆਨਲਾਈਨ ਮੈਸੇਜ ਕੀਤਾ ਕਿ ਇੰਨਾ ਵੱਡਾ ਘਟਨਾ ਹੋਇਆ ਕਮਿਊਨਿਟੀ ਦੇ ਵਿੱਚ, ਬਹੁਤ ਜਾਣੇ ਸਟਰਗਲ ਕਰ ਰਹੇ ਆ ਤੇ ਮੈਂਟਲ ਹੈਲਥ ਵੱਲੋਂ ਆਪਾਂ ਕਿਵੇਂ ਕਮਿਊਨਿਟੀ ਨੂੰ ਰੀਚ ਕਰ ਸਕਦੇ ਹਾਂ।
So a conversation ਆਪਾਂ definitely ਅੱਜ continue ਕਰਾਂਗੇ ਸਾਡੇ ਦੂਸਰੇ guest ਉਹਨਾਂ ਨੂੰ ਅਸੀਂ welcome ਕਰਨਾ ਚਾਹੁੰਦੇ ਹਾਂ ਕੋਮਲ ਤੁਸੀਂ ਆਪਦੇ grandma ਨੂੰ shooting ਦੇ ਵਿੱਚ lose ਕੀਤਾ and ਉਹਦੇ ਬਾਰੇ ਗੱਲਬਾਤ ਕਰਨਾ I can't even imagine, right? So ਆਪਾਂ ਉਹਨਾਂ ਦੀ ਕਹਾਣੀ ਉਹਨਾਂ ਦੇ experience ਉਹਨਾਂ ਦੀ life journey ਆਪਾਂ episode ਦੇ ਵਿੱਚ ਸ਼ਾਇਦ multiple episodes ਦੇ ਵਿੱਚ ਨਹੀਂ capture ਕਰ ਸਕਦੇ ਪਰ ਅੱਜ ਤੁਸੀਂ community voice ਲੈ ਕੇ ਆਏ ਹੋ forward ਕਿ ਆਪਾਂ ਇਹਦੇ ਬਾਰੇ ਆ tragedy ਬਾਰੇ ਲੋਕਾਂ ਦੀ ਮਾਨਸਿਕ ਸਿਹਤ ਨੂੰ ਕਿਵੇਂ support ਕਰ ਸਕਦੇ ਹਾਂ ਸੋ ਆਪਣਾ focus ਉਹਦੇ ਉੱਤੇ ਰਹੂਗਾ and ਸਾਡੇ ਸੋਚ team ਤੋਂ anyone watching I'm sure everyone feels a heavy heart to see the challenges individuals like yourself families like yourselves real stories hegiyan so thank you ke tusi is space te aaye te tusi viewers nu thoda bahut aapde bare dasso where are you studying how long have you been in Indianapolis and ode naal aapa galbaat karange mental health bare with the shooting ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੱਦਾਂ ਕਹਿੰਦੀ ਸੀ ਮੇਰਾ ਨਾਮ ਕੋਮਲ ਆ ਮੈਂ ਵਕੀਲ ਦੀ ਪੜ੍ਹਾਈ ਕਰਦੀ ਆ to be a civil rights attorney ਮੈਂ ਇੱਥੇ ਸਕੂਲਾਂ ਦੇ ਵਿੱਚ ਸਿਖਾਉਣੀ ਆ ਮੈਂ ਕਲਚਰਲ ਪ੍ਰੋਗਰਾਮ ਕਰਦੀ ਆ ਜਿਹੜੇ ਇੱਥੇ ਪਬਲਿਕ ਸਕੂਲ ਆ ਮੈਂ ਉਹਨਾਂ ਨੂੰ ਦੱਸਦੀ ਆ ਵੀ ਸਿੱਖ ਕੌਣ ਆ ਨਾਲੇ ਮੈਂ ਇੱਥੇ ਡਿਫਰੈਂਟ ਆਰਗੇਨਾਈਜੇਸ਼ਨ ਦੇ ਨਾਲ ਕੰਮ ਕਰਦੀ ਆ ਜਿਹੜੇ ਸਾਡੇ ਸਿੱਖ ਜਿਹੜੇ ਵੂਮਨ ਆ ਜਿਹੜੇ ਅਬਿਊਜ਼ ਦੇ ਵਿਕਟਮ ਆ ਮੈਂ ਉਹਨਾਂ ਨੂੰ ਸ਼ੈਲਟਰਾਂ ਚ ਪਾਉਣੀ ਆ ਉਹਨਾਂ ਨੂੰ ਜਿਹੜੇ ਰਿਸੋਰਸ ਚਾਹੀਦੇ ਆ ਆਈ ਵਰਕ ਇਨ ਦੈਟ ਪਰ ਅੱਜ ਮੈਂ ਇੱਥੇ ਆਈ ਆ ਗੱਲ ਕਰਨ ਲਈ ਵੇ ਅਸੀਂ ਕੀ ਕਰ ਸਕਦੇ ਆ ਕਮਿਊਨਿਟੀ ਕਿੱਦਾਂ ਇਕੱਠੀ ਹੋ ਸਕਦੀ ਆ ਅਸੀਂ ਲੋਕਾਂ ਦੀ ਕਿੱਦਾਂ ਹੈਲਪ ਕਰ ਸਕਦੇ ਆ ਸਾਡੇ ਬਜ਼ੁਰਗ ਆ ਇਹਨਾਂ ਨੇ ਕਿੱਦਾਂ ਦੀਆਂ ਚੀਜ਼ਾਂ ਦੇਖੀਆਂ ਆ ਕਈ ਲੋਕ ਆ ਆਪੇ ਸਫਰ ਕਰੀ ਜਾਂਦੇ ਆ ਇਹਨਾਂ ਨੇ ਕਿਸੇ ਨੇ ਕੁਝ ਕੀਤਾ ਨਹੀਂ ਹੈਗਾ ਐਂਡ ਹੁਣ ਸਾਡੇ ਜ਼ਿੰਮੇਵਾਰੀ ਆ ਸਾਡੇ ਤੇ ਰਿਸਪੌਂਸਿਬਿਲਿਟੀ ਆ ਗਈ ਵੀ ਅਸੀਂ ਹੁਣ ਇਹਨਾਂ ਦੀ ਕੋਈ ਹੈਲਪ ਕਰੀਏ Thank you so much Komal and Jassi ਕਿ ਤੁਸੀਂ ਇਹ ਗੱਲ ਦੀ ਸ਼ੁਰੂਆਤ ਕੀਤੀ and ਤੁਸੀਂ ਦੋਨਾਂ ਨੇ ਇਹ ਕਿਹਾ ਕਿ community ਇਸ ਵੇਲੇ struggle ਕਰ ਰਹੀ ਆ and ਜਿੱਦਾਂ ਮਨੀਤ ਵੀ ਕਹਿ ਰਹੀ ਸੀ and ਜੱਸੀ ਵੀ ਕਹਿ ਰਹੀ ਸੀ ਕਿ ਸ਼ਾਇਦ ਤੁਸੀਂ directly impacted ਨਹੀਂ ਹੈਗੇ ਪਰ because ਸਾਡੀ ਸਿੱਖ ਪੰਜਾਬੀ community ਇੱਕ ਸੰਗਤ ਆ globally ਅਸੀਂ ਸਾਰਿਆਂ ਨੇ ਇਹ ਨਿਊਜ਼ ਸੁਣੀ ਹੈਗੀ ਆ ਝਟਕਾ still ਪੈਂਦਾ ਆ even though ਅਸੀਂ ਉੱਥੇ ਇਸ ਵੇਲੇ ਨਹੀਂ ਹੈਗੇ ਸੋ ਤੁਸੀਂ ਜੱਸੀ ਮੈਂ ਤੁਹਾਡੇ ਨਾਲ ਪਹਿਲਾਂ ਸ਼ੁਰੂ ਕਰੂੰਗੀ ਤੁਸੀਂ ਦੱਸ ਸਕਦੇ ਆ ਕਿ ਇਸ ਵੇਲੇ ਉੱਥੇ ਇੰਡੀਅਨਾਪੋਲਿਸ ਦੇ ਵਿੱਚ ਜਿਹੜੀ ਕਮਿਊਨਿਟੀ ਹੈਗੀ ਆ ਉਹਨਾਂ ਦਾ ਕੀ ਐਕਸਪੀਰੀਅੰਸ ਰਹਿ ਰਿਹਾ ਆ ਜਿਹੜੇ ਇੰਡੀਵਿਜੂਅਲਸ ਲੋਕੀ ਦੇ ਨਾਲ ਕੰਟੈਕਟ ਕਰ ਰਹੇ ਆ ਉਹਨਾਂ ਦੇ ਕੀ ਚੈਲੰਜਸ ਆ ਸਿੰਸ ਦ ਸ਼ੂਟਿੰਗ Yeah, thank you so much. I think a lot of ਸਾਡੇ ਜਿਹੜੇ challenges ਆ ਉਹ ਹੈ ਕਿ ਜਿਹੜੇ ਹੁਣ ਸਰਵਾਈਵ ਕਰ ਚੁੱਕੇ ਆ ਜਿਨ੍ਹਾਂ ਦੇ ਆਈ ਥਿੰਕ ਕੋਮਲ ਤੇ ਮੈਂ ਇਹ ਟੱਚ ਕੀਤਾ ਸੀ ਟੌਪਿਕ ਤੇ ਅਰਲੀਅਰ ਕਿ ਜਿਹੜੇ ਸਰਵਾਈਵ ਕਰ ਚੁੱਕੇ ਮੇਬੀ ਉਹਨਾਂ ਨੂੰ ਡਾਇਰੈਕਟਲੀ ਨਹੀਂ ਇੰਪੈਕਟ ਹੋਇਆ ਉਹਨਾਂ ਨੂੰ ਜਿੱਦਾਂ ਆਪਾਂ ਕਹਿੰਦੇ ਸਰਵਾਈਵਰਸ ਗਿਲਟ ਆ ਕਿ ਮੈਂ ਕਾਤੇ ਨਹੀਂ ਮੁੱਕ ਗਿਆ ਉਹਨੂੰ ਕਾਤੇ ਗੋਲੀ ਵੱਜ ਗਈ ਐਂਡ ਥਿੰਕਿੰਗ ਸਾਰਾ ਦਿਨ ਇਹ ਸੋਚੀ ਜਾਣਾ ਐਂਡ ਆਈ ਥਿੰਕ ਮੈਂਟਲ ਹੈਲਥ ਤੇ ਜਿਹੜਾ ਤੁਹਾਡਾ ਅਸਰ ਹੁੰਦਾ ਆ ਐਂਡ ਰਾਈਟ ਨਾਓ ਜਿਹੜੀ ਸਾਡੀ ਕਮਿਊਨਿਟੀ ਆ ਉਹ ਰੀਚ ਆਊਟ ਕਰਦੀ ਆ ਬਟ ਇੰਨਾ ਨਹੀਂ ਕਰਦੀ ਬਿਕਾਜ਼ ਆਈ ਥਿੰਕ ਹਜੇ ਵੀ ਉਹਨਾਂ ਨੂੰ ਸ਼ੌਕ ਲੱਗਾ ਆ ਇਟ ਟੇਕਸ ਜਦੋਂ ਏਡੀ ਵੱਡੀ ਚੀਜ਼ ਹੋ ਜਾਂਦੀ ਹੈ ਇਟ ਟੇਕਸ ਅਬਾਊਟ ਇੱਕ ਮਹੀਨਾ ਲੱਗ ਜਾਂਦਾ ਕਿ ਤੁਹਾਡੀ ਬਾਡੀ ਨੂੰ ਪ੍ਰੋਸੈਸ ਹੋਣ ਲਈ ਤੁਹਾਡੇ ਮਨ ਨੂੰ ਪ੍ਰੋਸੈਸ ਹੋਣ ਲਈ ਕਿ ਸਾਡੀ ਕਮਿਊਨਿਟੀ ਨਾਲ ਹੋਇਆ ਕੀ ਸੀ ਸੋ ਰਾਈਟ ਨਾਓ ਅਸੀਂ ਲੋਕ ਵੱਲੋਂ ਸਾਰਿਆਂ ਨੂੰ ਪ੍ਰਾਈਵੇਸੀ ਦਿੱਤੀ ਆ ਜੇ ਤੁਹਾਨੂੰ ਲੋੜ ਆ ਤੇ ਸਾਨੂੰ ਰੀਚ ਆਊਟ ਕਰੋ lot of law we're having a lot of attorneys come in and help the families that are affected whether FedEx ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਤੁਹਾਨੂੰ ਕੰਮ ਤੇ ਜਾਣ ਦੀ ਨਹੀਂ ਲੋੜ ਇਹ ਵੀ ਨਹੀਂ ਕਈਆਂ ਨੂੰ ਪਤਾ ਹੁੰਦਾ ਕਿ ਤੁਹਾਨੂੰ workers comp ਮਿਲ ਸਕਦੀ ਆ so providing ਉਹ ਸਾਰੇ resources ਅਸੀਂ ਲੋਕ ਵੱਲੋਂ ਕਰ ਰਹੇ ਹਾਂ ਕਿ ਜਿੰਨਾ ਵੀ ਤੁਹਾਨੂੰ ਲੋੜ ਆ ਸਾਨੂੰ ਦੱਸੋ ਤੇ ਸ਼ਾਇਦ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਆਪਣੀਆਂ ਸ਼ਿਫਟਾਂ ਚੇਂਜ ਕਰ ਸਕਦੇ ਆ ਤੁਹਾਨੂੰ ਉਹਦੇ ਲਈ ਹੈਲਪ ਚਾਹੀਦੀ HR translations ਜਾਂ ਤੁਸੀਂ ਜਿਨ੍ਹਾਂ ਦੇ ਹਸਪੀਟਲ ਬਿਲਸ ਆਏ ਸੀਗੇ ਉਹਨਾਂ ਜਿਹੜੇ technically death ਨਹੀਂ ਹੋਈ ਪਰ ਉਹਨਾਂ ਨੂੰ affect ਕੀਤਾ they were in the hospital we had a few people and ਅਸੀਂ ਉਹਨਾਂ ਦੀ ਵੀ reach out ਕਰ ਰਹੇ ਹਾਂ ਕਿ ਜਾਂ ਤੁਹਾਨੂੰ translators ਦੀ ਲੋੜ ਆ the youth is there for you ਅਸੀਂ ਜ਼ਿੰਮੇਵਾਰੀ ਚੁੱਕਦੇ ਹਾਂ ਹੁਣ ਆਪਣੇ ਬਜ਼ੁਰਗਾਂ ਦੀ ਕਿ ਜਿਵੇਂ ਵੀ ਤੁਹਾਨੂੰ help ਚਾਹੀਦੀ ਆ so right now we're just dealing ਕਿ families ਨੂੰ ਪ੍ਰਾਈਵੇਸੀ ਦਿੱਤੀ ਜਾਵੇ ਜਦੋਂ ਉਹ ਰੀਚ ਆਊਟ ਕਰਦੇ ਜੋ ਪ੍ਰੋਸੈਸ ਕਰਦੇ ਆਪਣੇ ਤੁਸੀਂ ਰਿਚੁਅਲਸ ਕਰੋ ਆਪਣੇ ਫਿਊਨਰਲਸ ਕਰੋ ਤੁਹਾਨੂੰ ਪੂਰੀ ਰਿਸਪੈਕਟ ਆ ਸਾਡੇ ਵੱਲੋਂ ਐਂਡ ਪ੍ਰਾਈਵੇਸੀ ਆ ਪਰ ਜਦੋਂ ਤੁਸੀਂ ਤਿਆਰ ਹੋਵੋਗੇ ਆਪਣੇ ਦੁੱਖ ਸੁੱਖ ਵੰਡਣ ਲਈ ਅਸੀਂ ਇੱਥੇ ਖੜੇ ਆ ਤੁਹਾਡੇ ਨਾਲ Thank you, Jassi. I think, ਜਿਹੜੇ ਤੁਸੀਂ processes highlight ਕੀਤੇ ਆ
ਕਈ ਵਾਰ ਜਦੋਂ ਟਰਾਮੈਟਿਕ ਇਵੈਂਟ ਹੁੰਦਾ ਆਪਾਂ ਨੂੰ ਸਟੈਪ ਬਾਈ ਸਟੈਪ ਡਿਟੇਲਸ ਨਹੀਂ ਪਤਾ ਹੁੰਦਾ ਆਪਣੇ ਰਾਈਟਸ ਕੀ ਹੈਗੇ ਆ ਕਿਹੜੀਆਂ ਚੀਜ਼ਾਂ ਸਹੂਲਤਾਂ ਆਪਾਂ ਨੂੰ ਮਿਲ ਸਕਦੀਆਂ ਤੇ ਉਹ ਇਨਫੋਰਮੇਸ਼ਨ ਲੈਣੀ ਵੀ ਔਖੀ ਹੋ ਜਾਂਦੀ ਆ ਤੇ ਉਹਨੂੰ ਅੰਡਰਸਟੈਂਡ ਵੀ ਕਰਨਾ ਔਖਾ ਹੋ ਜਾਂਦਾ ਜਦੋਂ ਇਸ ਤਰ੍ਹਾਂ ਕੋਈ ਘਟਨਾ ਹੁੰਦੀ ਆ ਕਮਿਊਨਿਟੀ ਦੇ ਵਿੱਚ ਤੁਸੀਂ ਆਪ ਡੈਵਸਟੇਟਡ ਹੁੰਦੇ ਹੋ ਤੁਹਾਡੇ ਮਨ ਦੇ ਉੱਤੇ ਝਟਕਾ ਲੱਗਦਾ ਤੇ ਸਾਰਿਆਂ ਦਾ ਝਟਕਾ ਡਿਫਰੈਂਟ ਹੁੰਦਾ ਰਾਈਟ ਆਈ ਥਿੰਕ ਐਵਰੀ ਇੰਡੀਵਿਜੂਅਲ ਈਵਨ ਤੁਸੀਂ ਸੇਮ ਹਾਊਸਹੋਲਡ 'ਚ ਲੈ ਲਓ ਜੇ ਕੋਈ ਵੀ ਮੈਂਬਰ ਤੁਹਾਡੇ ਫੈਮਿਲੀ ਦੇ ਵਿੱਚ ਪਾਸ ਅਵੇ ਹੋ ਜਾਂਦਾ ਸਾਰੇ ਜਾਣਿਆਂ ਨੇ ਡਿਫਰੈਂਟ ਤਰੀਕਿਆਂ ਦੇ ਨਾਲ ਹੈਂਡਲ ਕਰਨਾ ਕਈ ਜਾਣੇ ਆਏ ਹੋਣਗੇ ਕਹਿਣਗੇ ਨਹੀਂ ਮੈਨੂੰ ਮੈਂ ਤਾਂ ਕੰਮ ਤੇ ਜਾਣਾ ਮੈਨੂੰ ਰੂਟੀਨ ਦੀ ਲੋੜ ਆ ਕੰਮ ਤੇ ਜਾ ਕੇ ਮੈਨੂੰ ਸਕੂਨ ਮਿਲਦਾ ਘਰੋਂ ਥੋੜਾ ਜਿਹਾ ਜਿਹੜੀ ਉਹ ਗੱਲਬਾਤ ਆ ਉਹ ਤੋਂ ਥੋੜੀ ਜਿਹੀ ਮੈਂਟਲ ਬ੍ਰੇਕ ਮਿਲਦੀ ਆ ਪਰ ਕਈ ਹੋਰ ਲੋਕ ਹੁੰਦੇ ਆ ਉਹਨਾਂ ਨੂੰ ਟਾਈਮ ਚਾਹੀਦਾ ਹੁੰਦਾ ਟਾਈਮ ਸੌਣ ਨੂੰ ਚਾਹੀਦਾ ਹੁੰਦਾ ਰੈਸਟ ਜ਼ਿਆਦਾ ਸੌਂਦੇ ਹੁੰਦੇ ਆ ਉਹਨਾਂ ਦਾ ਖਾਣ ਪੀਣ ਤੇ ਅਸਰ ਹੁੰਦਾ ਮੇਬੀ ਸੋਸ਼ਲੀ ਵੀ ਇੰਪੈਕਟਡ ਹੁੰਦੇ ਆ ਸੋ ਸਾਰਿਆਂ ਦੀ ਕੋਪਿੰਗ ਐਸੈਂਸ਼ਲੀ ਡਿਫਰੈਂਟ ਹੁੰਦੀ ਆ ਐਂਡ ਜਿਵੇਂ ਤੁਸੀਂ ਕਿਹਾ ਪਹਿਲੇ ਜਿਹੜੇ ਫਿਊ ਵੀਕਸ ਹੁੰਦੇ ਆ ਸ਼ੌਕ ਇੰਨਾ ਵੱਡਾ ਹੁੰਦਾ ਕਿ ਤੁਹਾਨੂੰ ਥੋੜਾ ਜਿਹਾ ਮਾਈਂਡਫੁਲ ਹੋ ਕੇ ਗੱਲਬਾਤ ਕਰਨੀ ਪੈਂਦੀ ਆ ਕਿ ਤੁਸੀਂ ਕਿਹੜੀ ਇਨਫੋਰਮੇਸ਼ਨ ਦੇ ਰਹੇ ਹੋ ਜਿਹੜਾ ਪਰਸਨ ਤੁਹਾਡੇ ਸਾਹਮਣੇ ਹੈਗਾ ਆ ਉਹ ਇਨਫੋਰਮੇਸ਼ਨ ਨੂੰ ਸਮਝ ਸਕਦਾ ਉਹਨੂੰ ਅਪਲਾਈ ਕਰ ਸਕਦਾ ਤੁਸੀਂ ਉਹਨਾਂ ਨਾਲ ਕਨੈਕਸ਼ਨ ਕਿਵੇਂ ਬਿਲਡ ਕਰ ਸਕਦੇ ਹੋ ਕੋਮਲ ਅਸੀਂ ਸੋਤੋਂ ਥੋੜਾ ਜਿਹਾ ਜਾਣਨਾ ਚਾਹੁੰਦੇ ਹੋ whether ਤੁਸੀਂ ਆਪਦੇ ਪਰਸਨਲ ਫੈਮਿਲੀ ਐਕਸਪੀਰੀਅੰਸ ਆਪਦੇ ਘਰ ਦੇ ਫੈਮਿਲੀ ਮੈਂਬਰਸ ਦੇ ਬਾਰੇ ਗੱਲਬਾਤ ਕਰ ਸਕਦੇ ਹੋ ਜਾਂ ਕਮਿਊਨਿਟੀ ਬਾਰੇ ਜਦੋਂ ਐਸਜੀ ਘਟਨਾ ਹੁੰਦੀ ਹੈ ਟਰਾਮੈਟਿਕ ਇਵੈਂਟ ਹੁੰਦਾ ਸਾਰੇ ਆਪਦੇ ਆਪ ਨੂੰ ਕਿਵੇਂ ਸੰਭਾਲ ਰਹੇ ਹੈਗੇ ਆ ਇਨ ਟਰਮਸ ਆਫ देयर ਮੈਂਟਲ ਹੈਲਥ ਉਹਨਾਂ ਦੀ ਕੋਪਿੰਗ ਦੇ ਵਿੱਚ ਤੁਸੀਂ ਦੇਖਿਆ ਕਿ ਵਧੀਆ ਤਰੀਕੇ ਕੋਪ ਕਰਨ ਦੇ ਆਪਦੇ ਆਪ ਨੂੰ ਸੰਭਾਲਣ ਦੇ versus unhealthy coping ਕਿ ਕਈ ਚੀਜ਼ਾਂ ਕਰਦੇ ਹੋਣਗੇ ਜਿਹੜੀਆਂ ਉਹਨਾਂ ਦੇ ਮਨ ਦੇ ਸ਼ਾਂਤੀ ਲਈ ਜਾਂ ਸਰੀਰਕ ਸ਼ਾਂਤੀ ਲਈ ਠੀਕ ਨਹੀਂ ਹੈਗੀਆਂ I think family wise ਵੱਡੀ ਤਾਂ ਇਹ ਗੱਲ ਆ ਜਿਹੜੇ ਆਪਣੇ ਲੋਕ ਆ ਉਹ ਜਿਹੜੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਆ ਆਪਣੇ ਮਨ ਦੇ ਵਿੱਚ ਉਹ ਗੱਲ ਨੂੰ ਦਬਾ ਕੇ ਰੱਖਦੇ ਆ ਉਹ ਸੋਚਦੇ ਆ ਵੀ ਟਾਈਮ ਦੇ ਨਾਲ ਗੱਲ ਚੱਲ ਜੂਗੀ ਪਰ ਇਦਾਂ ਨਹੀਂ ਹੁੰਦਾ ਹੈਗਾ ਹੁਣ ਮੇਰਾ ਫੁੱਫੜ ਆ ਉੱਥੇ ਸੀ ਤਾਂ ਇੱਕ ਜਿਹੜਾ ਭਾਈ ਸੀ he was 2 people ahead of him and he got shot ਤਾਂ ਉਹ ਡਿੱਗ ਪਿਆ and since then like ਨਾ ਉਹ ਚੱਜ ਨਾਲ ਸੌਂਦੇ ਆ ਨਾ ਉਹ ਚੱਜ ਨਾਲ ਖਾਣਾ ਖਾਂਦੇ ਆ and ਮੈਂ ਹੈਲਪ ਕਰਦੀ ਆ with the workers compensation ਤਾਂ ਮੈਂ ਬਹੁਤ ਲੋਕਾਂ ਨਾਲ ਗੱਲਾਂ ਕੀਤੀਆਂ ਆ like I think over 30 people ਮੈਂ ਗੱਲਾਂ ਕੀਤੀਆਂ ਆ ਤਾਂ ਸਾਰੀ ਇੱਕ ਹੀ ਗੱਲ ਕਹੀ ਜਾਂਦੇ ਆ ਵੀ ਜਦੋਂ ਅਸੀਂ ਅੱਖਾਂ ਬੰਦ ਕਰਦੇ ਆ ਸਾਨੂੰ ਉਹੀ ਚੀਜ਼ਾਂ ਦਿੰਦੀਆਂ ਆ ਵੱਡੀ ਤਾਂ ਇਹ ਗੱਲ ਸੀ is that ਬਿਲਕੁਲ ਡੋਰ ਦੇ ਅੱਗੇ ਕਈ like a lot of people died ਸੋ ਜਦੋਂ ਲੋਕੀ FedEx ਤੋਂ ਨਿਕਲਦੇ ਸੀ ਜਦੋਂ ਸਾਰਾ ਕੁਝ ਹੋਇਆ ਸੀ ਨਾ ਪੁਲਿਸ ਕਹਿੰਦੀ ਸੀ ਤੁਸੀਂ ਬਾਹਰ ਚੱਲ ਜਾਓ and ਸਾਰਿਆਂ ਨੇ ਦੇਖਿਆ ਸੀ everybody had to walk past those bodies and it doesn't matter ਵੀ ਤੁਸੀਂ ਕਿੰਨੇ strong ਆ ਜਾਂ ਕੀ ਆ ਹੁਣ ਜਿੱਦਾਂ ਸਾਡੇ ਵੱਡੇ ਲੋਕ ਆ like my dad and stuff ਇਹਨਾਂ ਨੇ ਆਪਣੀ ਲਾਈਫ 'ਚ ਕਿੰਨੀਆਂ ਚੀਜ਼ਾਂ ਦੇਖੀਆਂ ਆ but you're never prepared for a situation like that until you're in it and community wise ਸਾਨੂੰ ਪਤਾ ਨਹੀਂ ਹੈਗਾ ਵੀ it was a biased crime or not so ਵੱਡੀ ਸਾਡੀ ਇਹ ਗੱਲ ਆ is ਸਾਡੇ ਨਿਆਣੇ ਸਕੂਲ ਨੂੰ ਜਾਂਦੇ ਆ like my cousins nephews nieces ਉਹਨਾਂ ਕੋ ਜੂੜੇ ਆ right ਕਈ ਪੱਗਾਂ ਬੰਨਦੇ ਆ ਕਈ ਦਸਤਾਰਾਂ ਬੰਨਦੇ ਆ ਹੁਣ ਵੱਡਾ ਤਾਂ ਇਹੀ ਡਰ ਆ is that ਅਸੀਂ ਇਹਨਾਂ ਨੂੰ ਭੇਜ ਸਕਦੇ ਆ like ਇਹਨਾਂ ਨੂੰ ਤਾਂ ਨਹੀਂ ਕੁਛ ਹੋਊਗਾ and that's the biggest thing ਹੁਣ like ਮੇਰੇ ਨਿੱਕੇ cousin ਆ ਮੈਨੂੰ ਏਦਾਂ ਦੇ question ਪੁੱਛਦੇ ਆ is the garage bulletproof are the windows bulletproof ਹੁਣ ਉਹਨਾਂ ਦੇ ਦਿਮਾਗ 'ਚ ਵੀ ਇਹੀ ਚੀਜ਼ਾਂ ਚਲੀ ਜਾਂਦੀਆਂ because you're never like I said you're never prepared for a situation like this so I think everybody is struggling ਭਾਵੇਂ ਗੱਲ ਕਰਦੇ ਆ ਭਾਵੇਂ ਕਿਸੇ ਨੂੰ ਦੱਸਦੇ ਆ ਜਾਂ ਨਹੀਂ ਸਾਰੇ ਥੋੜੇ ਡਰੇ ਹੋਏ ਆ ਇਸ ਗੱਲ ਤੋਂ Thank you so much ਕੋਮਲ ਤੁਸੀਂ ਥੋੜੀ ਜਿਹੀ ਹੋਰ ਸਾਨੂੰ ਜਾਣਕਾਰੀ ਦਿੱਤੀ ਕਿ ਇਸ ਵੇਲੇ ਕਮਿਊਨਿਟੀ ਕਿਸ ਤਰੀਕੇ ਦੇ ਨਾਲ ਸਟਰਗਲ ਕਰ ਰਹੀ ਆ and ਜਦ ਤੁਸੀਂ ਹੁਣ ਇੱਥੇ ਗੱਲ ਕਰ ਰਹੇ ਸੀਗੇ 2 ਚੀਜ਼ਾਂ ਮੇਰੇ ਮਨ 'ਚ ਆਈਆਂ ਤੁਸੀਂ ਗੱਲ ਕੀਤੀ ਕਿ ਇੱਕ ਤਾਂ ਹੈਗਾ ਆ ਕਮਿਊਨਿਟੀ ਖੁੱਲ ਕੇ ਗੱਲ ਨਹੀਂ ਕਰਦੀ ਹੈ ਨਾ ਉਹ ਸੋਚਦੇ ਆ ਕਿ ਸ਼ਾਇਦ ਜੇ ਅਸੀਂ ਗੱਲ ਨਹੀਂ ਕਰਾਂਗੇ ਸਾਡੀ ਜਿਹੜੀ ਮੈਮਰੀਜ਼ ਆ ਜੋ ਅਸੀਂ ਫੀਲ ਕਰ ਰਹੇ ਹਾਂ ਉਹ ਗਾਇਬ ਹੋ ਜੂਗੇ it'll just disappear and ਉਹਦਾ ਕਨੈਕਸ਼ਨ I think ਬਣ ਜਾਂਦਾ ਆ trauma ਦੇ ਨਾਲ ਜਾਂ ਪੰਜਾਬੀ 'ਚ ਅਸੀਂ ਕਹਿੰਦੇ ਸਦਮਾ so ਇੱਥੇ ਅਸੀਂ ਇੱਥੇ ਬੈਠ ਕੇ ਸਾਡਾ ਇਹ ਮਕਸਦ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਡਾਇਗਨੋਸ ਕਰੀਏ ਅਸੀਂ ਜਨਰਲੀ ਗੱਲ ਕਰ ਰਹੇ ਹਾਂ and ਇੱਕ ਤਾਂ ਹੁੰਦਾ trauma ਜਿਹਨੂੰ ਕਹਿੰਦੇ ਅਸੀਂ ਸਦਮਾ ਇੱਕ ਹੁੰਦਾ something called post traumatic stress disorder ਹੈ ਨਾ ਜੇ ਅਸੀਂ ਕੋਈ ਹਾਦਸਾ
ਐਕਸਪੀਰੀਅੰਸ ਕਰਦੇ ਆ, ਦੇਖਦੇ ਆ, ਜਾਂ ਅਸੀਂ ਉੱਥੇ ਹੁੰਦੇ ਆ ਜਾਂ ਗੱਲ ਇਹ ਸੁਣਦੇ ਆ, ਉਹਦੇ ਤੋਂ ਬਾਅਦ ਸਾਨੂੰ different feelings ਆ ਜਾਂਦੇ ਆ ਜਾਂ ਸਰੀਰ ਦੇ ਵਿੱਚ different sensations ਹੁੰਦੇ ਆ related to that ਸਦਮਾ। ਸੋ ਜਿੱਦਾਂ ਤੁਸੀਂ ਐਗਜ਼ਾਮਪਲ ਦੇ ਰਹੇ ਸੀਗੇ, ਬਹੁਤ ਕਮਿਊਨਿਟੀ ਦੇ ਵਿੱਚ ਲੋਕ ਹੈਗੇ ਜੋ ਕਹਿ ਰਹੇ ਜਦੋਂ ਅੱਖਾਂ ਬੰਦ ਕਰਦੇ ਉਹਨਾਂ ਨੂੰ ਉਹੀ ਚੀਜ਼ਾਂ ਦਿਸਦੀਆਂ ਆ ਜੋ ਉਹਨਾਂ ਨੇ ਉਸ ਦਿਨ ਦੇਖੀਆਂ ਸੀ, ਜਾਂ ਸ਼ਾਇਦ ਉਹਨਾਂ ਨੂੰ ਮੇਬੀ ਜੋ ਉੱਥੇ ਰੌਲਾ ਉਸ ਟਾਈਮ ਪੈ ਰਿਹਾ ਸੀਗਾ ਉਹ ਸੁਣਦਾ ਆ। ਸਮਟਾਈਮਸ ਬੋਡੀ ਤੇ ਫੀਲਿੰਗਸ ਵੀ ਉਹੀ ਹੁੰਦੇ ਆ ਜੋ ਉਸ ਵੇਲੇ, ਸੋ ਜਿਹੜਾ ਸਾਡਾ ਮਨ ਆ ਸਾਨੂੰ ਉਸ ਟਾਈਮ ਜੋ ਘਟਨਾ ਅਸੀਂ ਐਕਸਪੀਰੀਅੰਸ ਕੀਤੀ ਸੀ ਉੱਥੇ ਵਾਪਸ ਲੈ ਜਾਂਦਾ ਆ। ਫਿਰ ਜਿੱਦਾਂ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ, ਸਮਟਾਈਮਸ ਭੁੱਖ ਤੇ ਵੀ ਅਸਰ ਪੈ ਜਾਂਦਾ ਆ। ਮਨੀਤ ਕਹਿ ਰਹੀ ਸੀਗੀ ਸਾਡੇ ਮੂਡ ਤੇ ਵੀ ਅਸਰ ਪੈ ਸਕਦਾ ਆ। ਸ਼ਾਇਦ ਅਸੀਂ ਹੁਣ ਡਰਦੇ ਆ ਤਾਂ ਅਸੀਂ ਘਰੋਂ ਬਾਹਰ ਨਹੀਂ ਜਾਂਦੇ। ਸਾਨੂੰ ਰਾਤ ਨੂੰ ਬੁਰੇ ਸੁਪਨੇ ਵੀ ਆਉਂਦੇ ਆ। ਸੋ ਆਈ ਥਿੰਕ ਇਹ ਵੀ ਜ਼ਰੂਰੀ ਆ ਕਿ ਜੋ ਵੀ ਇਸ ਵੇਲੇ ਇਹ ਐਪੀਸੋਡ ਦੇਖ ਰਹੇ ਹੈਗੇ ਆ ਕਿ ਤੁਸੀਂ ਇਹ ਜਾਣੋ ਕਿ ਜੋ ਵੀ ਤੁਸੀਂ ਇਸ ਵੇਲੇ ਐਕਸਪੀਰੀਅੰਸ ਕਰ ਰਹੇ ਆ, ਜੇ ਉਹ ਤੁਹਾਡੇ ਮਨ ਦੇ ਵਿੱਚ ਇਹ ਡਰ ਬੈਠ ਗਿਆ ਆ ਕਿ ਇਹ ਫਿਰ ਹੋਊਗਾ ਜਾਂ ਨਹੀਂ, ਜਾਂ ਤੁਸੀਂ ਜਨਰਲੀ ਡਰ ਰਹੇ ਆ, ਜਾਂ ਸਟਿਲ ਤੁਹਾਡੇ ਸਰੀਰ ਦੇ ਵਿੱਚ ਤੁਹਾਨੂੰ ਡਿਫਰੈਂਟ ਸੈਂਸੇਸ਼ਨਸ ਆ ਰਹੀਆਂ ਹੈਗੀਆਂ ਆ, ਕਿ ਇਹ ਸਭ ਕੁਝ ਜਾਇਜ਼ ਆ, ਇਟਸ ਵੈਲਿਡ। ਜੋ ਵੀ ਤੁਸੀਂ ਡਿਫਰੈਂਟ ਫੀਲਿੰਗਸ ਐਂਡ ਥਾਟਸ ਐਕਸਪੀਰੀਅੰਸ ਕਰ ਰਹੇ ਆ ਇਸ ਵੇਲੇ, ਇਟਸ ਵੈਰੀ ਨੋਰਮਲ। ਜੋ ਸਰਕਮਸਟੈਂਸਸ ਹੋਏ ਆ ਉਹਨਾਂ ਨੂੰ ਲੈ ਕੇ ਇਹ ਸਾਰਾ ਕੁਝ ਨੋਰਮਲ ਹੈਗਾ ਆ। ਐਂਡ ਆਈ ਥਿੰਕ ਉਹਦੇ ਬਾਰੇ ਵੀ ਗੱਲ ਕਰਨਾ ਬਹੁਤ ਔਖਾ ਆ, ਕਿਉਂਕਿ ਜਨਰਲੀ ਸਾਡੀ ਪੰਜਾਬੀ ਕਮਿਊਨਿਟੀ ਇਸ ਬਾਰੇ ਗੱਲ ਨਹੀਂ ਕਰਦੀ ਕਿ ਮੈਨੂੰ ਕੀ ਹੋ ਰਿਹਾ ਆ, ਮੇਰੀ ਮਨ ਦੇ ਵਿੱਚ ਕਿੱਦਾਂ ਦੀ ਸੋਚ ਹੋ ਰਹੀ ਆ। ਅਸੀਂ ਟਿਪਿਕਲੀ ਹੋਰ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਆ। ਸੋ ਜਦ ਤੁਸੀਂ ਗੱਲ ਕਰ ਰਹੇ ਸੀਗੇ ਮੇਰੇ ਦਿਮਾਗ 'ਚ ਇੱਕ ਤਾਂ ਇਹ ਗੱਲ ਆਈ ਕਿ ਇੱਕ ਟਰਾਮੈਟਿਕ ਇਨਸੀਡੈਂਟ ਹੈਗਾ ਆ ਐਂਡ ਕਮਿਊਨਿਟੀ ਹੁਣ ਇਸ ਵੇਲੇ ਟਰਾਮਾ ਰਾਹੀਂ ਗੁਜ਼ਰ ਰਹੀ ਹੈਗੀ ਆ। ਦੂਸਰੀ ਗੱਲ ਜੋ ਤੁਸੀਂ ਕੀਤੀ ਉਹ ਸੀਗੀ ਕਿ was this a hate crime, ਕਿ ਸਾਨੂੰ ਪਤਾ ਨਹੀਂ ਕਿ ਇਹ ਕੋਈ bias situation ਸੀ ਜਾਂ ਨਹੀਂ। ਐਂਡ ਉਹਦਾ ਵੀ ਲਿੰਕ ਅਸੀਂ ਟਰਾਮਾ ਨਾਲ ਪਾ ਸਕਦੇ ਹਾਂ, ਬਿਕਾਜ਼ ਉਹ ਜਿਹੜਾ ਡਰ ਹੈਗਾ ਆ ਉਹ ਵੀ ਟਰਾਮਾ ਐਂਡ ਟਰਾਮੈਟਿਕ ਇਨਸੀਡੈਂਟ ਤੋਂ ਆਉਂਦਾ ਆ। ਸੋ ਆਫ ਕੋਰਸ ਉਹਦੇ ਬਾਰੇ ਵੀ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ, ਬਟ ਮੈਂ ਕਮਿਊਨਿਟੀ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਸੀ ਕਿ ਇਸ ਵੇਲੇ ਜੋ ਤੁਸੀਂ ਐਕਸਪੀਰੀਅੰਸ ਕਰ ਰਹੇ ਆ, ਆਪਣੇ ਆਪ ਨੂੰ ਐਕਸਪੀਰੀਅੰਸ ਕਰਨ ਦੀ ਆਪਣੇ ਆਪ ਨੂੰ ਉਹ ਐਕਸਪੀਰੀਅੰਸ ਐਂਡ ਇਮੋਸ਼ਨਸ ਨੂੰ ਫੀਲ ਕਰਨ ਦੀ ਇਜਾਜ਼ਤ ਦਿਓ। ਕਿ ਸਮਟਾਈਮਸ ਜਦ ਅਸੀਂ ਕੁਝ ਉਦਾਸੀ ਫੀਲ ਕਰਦੇ ਆ ਜਾਂ ਕੁਝ ਅਨਕੰਫਰਟੇਬਲ ਫੀਲ ਕਰਦੇ ਆ, ਅਸੀਂ ਕੁਇਕਲੀ ਚਾਹੁੰਦੇ ਕਿ ਇਹ ਸਾਨੂੰ ਨਾ ਫੀਲ ਹੋਵੇ, ਬਿਕਾਜ਼ ਆਫ ਕੋਰਸ ਕੋਈ ਅਨਕੰਫਰਟੇਬਲ ਫੀਲ ਨਹੀਂ ਕਰਨਾ ਚਾਹੁੰਦਾ। ਪਰ ਸਾਡਾ ਇਹੀ ਮੈਸੇਜ ਆ ਕਿ ਤੁਸੀਂ ਆਪਣੇ ਆਪ ਨੂੰ ਉਹੀ ਪਿਆਰ ਦਿਓ ਜੋ ਤੁਸੀਂ ਕਿਸੇ ਹੋਰ ਨੂੰ ਦਿਓਗੇ। ਐਂਡ ਅਸੀਂ ਇਸ ਐਪੀਸੋਡ ਬਾਰੇ ਸਪੋਰਟ ਬਾਰੇ ਵੀ ਗੱਲ ਕਰਾਂਗੇ, ਪਰ ਤੁਸੀਂ ਪਲੀਜ਼ ਆਪਣੇ ਆਪ ਨੂੰ ਪਿਆਰ ਦਿਓ ਐਂਡ ਪੇਸ਼ੈਂਸ ਦਿਓ। ਜੋ ਤੁਸੀਂ ਫੀਲ ਕਰ ਰਹੇ ਆ ਉਹ ਇਸ ਵੇਲੇ ਜਾਇਜ਼ ਹੈਗਾ ਆ। I know ਜਿਵੇਂ ਤੁਸੀਂ ਸਪੋਰਟ ਦੀ ਗੱਲ ਕਰਦੇ ਹੋ, ਜਸੀ in terms of ਜਿਹੜਾ ਤੁਸੀਂ ਕੰਮ ਕਰ ਰਹੇ ਹੋ ਲੋਕੀ ਦੇ ਨਾਲ, ਯੂਥ ਦੇ ਨਾਲ, ਤੇ ਤੁਸੀਂ ਆਪਾਂ ਜਦੋਂ ਇਹ ਐਪੀਸੋਡ ਦੀ ਪਲੈਨਿੰਗ ਕਰ ਰਹੇ ਸੀ ਤੁਸੀਂ ਐਂ ਵੀ ਦੱਸਿਆ ਸੀਗਾ ਸਿੱਖ ਕੋalition ਆਈ ਸੀ ਗੁਰਦੁਆਰੇ ਦੇ ਵਿੱਚ, ਸਾਰੇ ਇਕੱਠੇ ਹੋਏ ਸੀਗੇ, ਇਨਫੋਰਮੇਸ਼ਨ ਪਾਸ ਕੀਤੀ ਸੀ। ਉਹਦੇ ਵਿੱਚ ਮੈਂਟਲ ਹੈਲਥ ਬਾਰੇ, ਮਾਨਸਿਕ ਸਿਹਤ ਬਾਰੇ ਕਿਹੜੀ ਇਨਫੋਰਮੇਸ਼ਨ ਅਵੇਲੇਬਲ ਹੈਗੀ ਆ, ਜਾਂ ਤੁਹਾਡਾ ਕੀ ਖਿਆਲ ਆ ਕਿ ਜਿਹੜੀ ਆਪਣੀ ਕਮਿਊਨਿਟੀ, ਆਪਣੀ ਪੰਜਾਬੀ ਕਮਿਊਨਿਟੀ ਇੱਥੇ ਇੰਡੀਅਨਾਪੋਲਿਸ ਦੇ ਵਿੱਚ ਹੈਗੀ ਆ, ਉਹਨਾਂ ਦੀ ਮਾਨਸਿਕ ਸਿਹਤ ਬਾਰੇ ਸਮਝ ਕੀ ਹੈਗੀ ਆ at present time? Yeah, I think right now ਅਸੀਂ because shock lag gaya, so everybody, the emotions बहुत different. Yeah, Sikh Coalition came in and we thank them so much कि ਉਹ ਆਏ, ਸਾਨੂੰ ਇੰਨੀ services and resources provide ਕੀਤੀਆਂ ਉਹਨਾਂ ਦੇ organizations ਤੇ ਉਹਨਾਂ ਨੂੰ ਅਸੀਂ resources ਦਿੱਤੇ ਸੀ, ਲਿਖੇ ਸੀ ਕਿ PTSD ਜਿੱਦਾਂ ਜਸਮੀਤ ਕਹਿੰਦੀ ਸੀ post traumatic stress disorder ਕੀ ਹੁੰਦਾ, ਕਿ ਤੁਹਾਡੇ ਮਨ ਤੇ ਕਿਹੜਾ ਅਸਰ ਪੈਂਦਾ ਜਦੋਂ ਤੁਸੀਂ ਇਸ tragic event ਤੱਕ ਤੁਸੀਂ ਗੁਜ਼ਰਦੇ ਆ। And then it was also given ਕਿ ਜਦ ਤੁਹਾਨੂੰ counseling ਦੀ ਲੋੜ ਆ, ਅਸੀਂ we're trying to find, although language barrier ਹੋਗਾ, ਪਰ ਸਾਡੇ translators ਹੈਗੇ ਆ, youth translators ਹੈਗੇ ਆ, ਅਸੀਂ local ਗੁਰਦੁਆਰੇ 'ਚ ਹਮੇਸ਼ਾ ਹੁੰਨੇ ਆ। ਜਦ ਤੁਹਾਨੂੰ ਨਹੀਂ ਪਤਾ ਕਿ ਲੋਕ ਨੂੰ ਕਿੱਦਾਂ ਤੁਸੀਂ reach out ਕਰਨਾ, ਤੇ local ਗੁਰਦੁਆਰੇ 'ਚ ਕਿਸੇ ਨੂੰ ਵੀ ਪੁੱਛ ਲਓ and someone will ਸਾਡਾ contact ਹੋਗਾ। But I think right now like Komal was saying, ਆਪਣੀ community ਹਜੇ ਗੱਲ ਨਹੀਂ ਕਰਦੀ ਨਹੀਂ mental health ਬਾਰੇ, ਕਿ ਜਿਹੜਾ ਆਪਣੇ ਮਨ ਤੇ ਅਸਰ ਹੁੰਦਾ ਨਾ, like although ਜਿਹੜੇ ਹੁਣ ਤੁਹਾਨੂੰ physically ਕੋਈ ਸੱਟ ਲੱਗਦੀ ਆ ਉਹ ਤੁਸੀਂ ਡਾਕਟਰ ਨੂੰ ਦਿਖਾਉਣੇ ਆ, ਤੇ ਤੁਹਾਨੂੰ ਦੱਸਦਾ ਕਿ ਤੁਹਾਡੇ physically ਸੱਟ ਲੱਗੀ ਆ, ਪਰ ਜਿਹੜੀ ਆਪਣੇ ਮਨ 'ਚ ਹੁਣ ਸੱਟ ਲੱਗੀ ਆ
ਉਹਦਾ ਆਪਾਂ ਨੂੰ ਦੱਸਦਾ ਨਹੀਂਗਾ ਸੋ ਆਈ ਥਿੰਕ ਪੀਪਲ ਹਮੇਸ਼ਾ ਇਹ ਕਹਿ ਦਿੰਦੇ ਆ ਕਿ ਟਾਈਮ ਦੇ ਨਾਲ ਠੀਕ ਹੋ ਜਾਊਗਾ ਪਰ ਟਾਈਮ ਦੇ ਨਾਲ ਸਾਰਾ ਕੁਝ ਨਹੀਂ ਠੀਕ ਹੁੰਦਾ ਹੁਣ ਇਸ ਵੱਡੀ ਚੀਜ਼ ਨੂੰ ਲੈ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਚਲੋ ਹੋ ਗਿਆ ਜੋ ਹੋਣਾ ਸੀ ਤੇ like move on I mean that's the goal ਕਿ eventually ਸਾਰੇ move on ਹੋਣ but in a healthy way ਤੁਸੀਂ ਆਪਣੇ ਦੁੱਖ ਸੁੱਖ ਵੰਡੋ ਆਪਣੇ ਆਪਣੇ ਵੀ ਦੁੱਖ ਦੱਸੋ ਲੋਕਾਂ ਨੂੰ even though ਤੁਸੀਂ ਉੱਥੇ maybe you just worked there maybe ਤੁਸੀਂ ਉਹ ਸ਼ਿਫਟ 'ਚ ਹੈ ਵੀ ਨਹੀਂ ਸੀ ਪਰ ਤੁਸੀਂ FedEx ਨੂੰ belong ਕਰਦੇ ਆ ਉਹ community ਬਹੁਤ close ਆ FedEx ਵਾਲੀ ਤੁਸੀਂ ਸਾਰੇ ਇਕੱਠੇ break room 'ਚ ਬੈਠਦੇ ਸੀ ਤੁਸੀਂ ਸਾਰੇ like you were a community like a family and ਜੋ ਉਹਨਾਂ ਨਾਲ ਹੋਇਆ ਆ ਤੁਸੀਂ ਆਪਣੇ ਦੁੱਖ ਸੁੱਖ ਵੰਡੋ and make sure ਕਿ ਜਿਹੜੀ ਤੁਹਾਡੀ ਸੰਗਤ ਆ ਤੁਹਾਡੇ ਆਲੇ ਦੁਆਲੇ ਉਹਨਾਂ ਨੂੰ ਤੁਸੀਂ reach out ਕਰੋ ਕਿ ਤੁਹਾਨੂੰ ਭਾਵੇਂ ਨਿੱਕੀ ਜਿਹੀ ਵੀ ਗੱਲ ਆ ਕਿ ਤੁਹਾਨੂੰ ਏਦਾਂ ਲੱਗਦਾ ਕਿ ਤੁਸੀਂ ਸਰਵਾਈਵ ਕੀਤਾ even though ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ because ਆਪਣੇ survivor's guilt ਵੀ ਬਹੁਤ ਮੰਨਦੇ ਆ because we want to help everybody else so talking about it and knowing ਕਿ ਜਿਹੜਾ ਤੁਹਾਡੀ ਮਨ ਦੀ ਸੱਟ ਆ ਉਹਨੂੰ ਵੀ attention ਚਾਹੀਦੀ ਆ ਜਿੰਨੀ ਵੀ ਤੁਹਾਡੇ body ਤੇ ਜਿਹੜੀ ਸੱਟ ਲੱਗੀ ਹੁੰਦੀ ਆ so ਜੇ ਤੁਹਾਨੂੰ professional ਦੀ ਲੋੜ ਆ ਉਹਦੇ ਲਈ ਤੁਸੀਂ reach out ਕਰੋ it's like Jasmeet was saying it's ਬਹੁਤ normal ਆ ਕਿ ਤੁਸੀਂ experience ਕਰੋ ਆਪਣੇ emotions ਤੁਸੀਂ ਆਪਣੇ ਆਪ ਨੂੰ feel ਕਰਨ ਦਵੋ ਤੁਸੀਂ ਆਪਣੇ ਆਪ ਨੂੰ validate ਕਰੋ ਕਿ ਸਾਡੇ ਨਾਲ ਇਹ ਹੋਇਆ ਸੀ ਤੇ ਆਪਾਂ ਹੁਣ move on ਕਿੱਦਾਂ ਕਰਨਾ because ਜਦ ਤੁਸੀਂ ਨਹੀਂ ਕਰਦੇ ਜਿਹੜੀ ਤੁਹਾਡੀ youth ਆ ਉਹਨਾਂ ਨੇ ਵੀ ਨਹੀਂ ਕਰਨਾ ਉਹਨਾਂ ਨੇ ਵੀ ਆਪਣੇ ਦੁੱਖ ਦਬਾ ਕੇ ਰੱਖਣੇ ਆ because ਆਪਣੀ youth ਆਪਣੇ ਬਜ਼ੁਰਗਾਂ ਵੱਲ ਦੇਖਦੀ ਆ ਤੇ ਉਹਨਾਂ ਨੇ ਕਿੱਦਾਂ ਕੀਤਾ trauma ਉਹਨਾਂ ਨੇ ਕਿੱਦਾਂ process ਕੀਤਾ ਸਾਰਾ ਕੁਝ ਤੇ right now ਜਿੰਨਾ ਆਪਾਂ ਨਹੀਂ reach out ਕਰਦੇ mental health ਬਾਰੇ ਜਿੰਨਾ ਆਪਾਂ ਨਹੀਂ ਗੱਲ ਕਰਦੇ ਉਹਨਾਂ ਆਪਣੀ youth ਤੇ ਵੀ ਅਸਰ ਹੋ ਰਿਹਾ ਹੈ ਜਿਹੜੇ ਨਿੱਕੇ ਬੱਚੇ like Komo was saying ਉਹ ਵੀ ਸੋਚਦੇ ਆ ਕਿ ਅਸੀਂ ਸਕੂਲੇ ਜਾਣਾ ਸਾਡੇ ਨਾਲ ਆ ਹੋ ਸਕਦਾ ਜਿਹੜਾ ਉਹਨਾਂ ਦਾ ਡਰ ਆ ਉਹ ਆਪਾਂ ਗੱਲਾਂ ਕਰਕੇ preventative measures ਕਰਕੇ ਕਿ ਉਹਨਾਂ ਨੂੰ ਕਿਹੜੇ resources ਨਿਆਣਿਆਂ ਨੂੰ ਚਾਹੀਦੇ ਆ ਉਹ ਆਪਾਂ prevent ਕਰ ਸਕਦੇ ਆ for ਨਿਆਣੇ ਕਿ ਉਹ ਆਪਣੇ emotions ਤੇ ਦਬਾ ਕੇ ਨਾ ਰੱਖਣ ਆਪਾਂ ਨੂੰ ਘਰੇ ਆ ਕੇ ਦੱਸਣ ਕਿ ਉਹਨਾਂ ਦੇ ਨਾਲ ਸਕੂਲੇ ਕੀ ਹੋਇਆ maybe ਉਹ ਡਰਦੇ ਆ ਕਿ ਅਸੀਂ ਆਪਣੇ emotions ਬਾਰੇ ਨਹੀਂ ਦੱਸ ਸਕਦੇ ਅਸੀਂ ਰੋ ਨਹੀਂ ਸਕਦੇ in the Punjabi community that's a big thing ਕਿ ਰੋਣਾ ਨਹੀਂ ਆਪਣੇ ਜਿਹੜੇ emotions ਆ like you have to be level headed all the time so the more ਆਪਣੇ ਬਜ਼ੁਰਗ ਕਰਦੇ more ਤੁਸੀਂ ਆਪਣੇ ਦੁੱਖ ਸਾਡੇ ਨਾਲ ਵੰਡਦੇ ਆ ਉਹਨੇ ਸਾਡੀ youth ਤੁਹਾਡੇ ਨਾਲ ਵੰਡੂਗੀ ਜਿੱਦਾਂ ਤੁਸੀਂ ਜਸੀ ਐਗਜ਼ਾਮਪਲ ਦਿੱਤਾ ਮੈਨੂੰ ਬਹੁਤ ਅੱਛਾ ਲੱਗਿਆ ਕਿ ਤੁਸੀਂ ਕਿਹਾ ਕਿ ਜੇ ਤੁਹਾਡੇ ਕੋਈ ਫਿਜ਼ੀਕਲੀ ਸੱਟ ਵੱਜਦੀ ਹੈ ਸਮਝੋ ਤੁਹਾਡੀ ਬਾਂਹ ਟੁੱਟ ਜਾਂਦੀ ਫਿਰ ਲੋਕਾਂ ਨੂੰ ਦਿਸਦੀ ਆ ਅਸੀਂ ਉਹਦੇ ਬਾਰੇ ਗੱਲ ਕਰਦੇ ਆ ਐਂਡ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਸਮਟਾਈਮਸ ਕਮਿਊਨਿਟੀ ਸੋਚਦੀ ਹੈ ਕਿ ਜੇ ਅਸੀਂ ਇਹਦੇ ਬਾਰੇ ਗੱਲ ਨਹੀਂ ਕਰਾਂਗੇ ਟਾਈਮ ਦੇ ਨਾਲ ਇਹ ਜੋ ਅਸੀਂ ਫੀਲ ਕਰ ਰਹੇ ਹਾਂ ਮਨ 'ਚ ਜੋ ਇੱਕ ਸਵਾਲ ਹੈਗੇ ਆ ਇਹ ਚਲੇ ਜਾਊਗਾ ਪਰ ਅਨਫੋਰਚੂਨਟਲੀ ਜਦ ਅਸੀਂ ਆਪਣੀ ਮਨ ਦੀ ਗੱਲ ਕਰਦੇ ਹਾਂ ਇਹ ਏਦਾਂ ਨਹੀਂ ਹੈ ਕਿ ਸਿਰਫ ਟਾਈਮ ਦੇ ਨਾਲ ਜੋ ਅਸੀਂ ਫੀਲ ਕਰ ਰਹੇ ਹਾਂ ਉਹ ਚਲੇ ਜਾਊਗਾ ਸੋ ਤਾਂ ਹੀ ਸਾਡਾ ਅੱਜ ਦਾ ਇਹੀ ਮੈਸੇਜ ਆ ਕਿ ਜਿੱਦਾਂ ਹੀ ਸਾਨੂੰ ਆਪਣੀ ਸਰੀਰ ਦੀ ਟੇਕ ਕੇਅਰ ਕਰਨੀ ਪੈਂਦੀ ਆ ਉਦਾਂ ਹੀ ਸਾਨੂੰ ਆਪਣੇ ਮਨ ਦਾ ਵੀ ਖਿਆਲ ਰੱਖਣਾ ਪੈਂਦਾ ਆ ਤੇ ਖੁਦ ਦੀ ਵੀ ਦੇਖਭਾਲ ਕਰਨੀ ਪੈਂਦੀ ਹੈਗੀ ਆ ਕਿਉਂਕਿ ਜੇ ਅਸੀਂ ਜੋ ਵੀ ਸਾਡੇ ਮਨ 'ਚ ਖਿਆਲ ਆ ਰਹੇ ਹੈਗੇ ਆ ਜਾਂ ਸਾਡੇ ਹੁਣ ਬਾਡੀ ਦੇ ਵਿੱਚ ਸੈਂਸੇਸ਼ਨਸ ਆ ਰਹੇ ਆ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਨੀਂਦ ਨਹੀਂ ਆਉਂਦੀ ਉਹ ਇਮੇਜਸ ਦਿਸਦੀਆਂ ਹੈਗੀਆਂ ਜੇ ਅਸੀਂ ਉਹਨੂੰ ਲੈ ਕੇ ਕੋਈ ਸਿਹਤਮੰਦ ਤਰੀਕੇ ਨਹੀਂ ਵਰਤਦੇ ਮੈਨੇਜ ਕਰਨ ਲਈ ਫਿਰ ਅੱਗੇ ਜਾ ਕੇ ਹੋਰ ਵੀ ਅਨਫੋਰਚੂਨਟਲੀ ਫਿਜ਼ੀਕਲ ਹੈਲਥ ਜਾਂ ਮਾਨਸਿਕ ਸਿਹਤ ਦੀਆਂ ਬਿਮਾਰੀਆਂ ਲੱਗ ਸਕਦੀਆਂ ਆ ਜੋ ਨਹੀਂ ਲੱਗੂਗੀਆਂ ਜੇ ਅਸੀਂ ਬਿਗਿਨਿੰਗ ਤੋਂ ਉਹਨਾਂ ਦੀ ਟੇਕ ਕੇਅਰ ਕਰੀਏ ਐਂਡ ਦੂਸਰਾ ਇਹ ਹੈ ਕਿ ਜਦ ਅਸੀਂ ਗ੍ਰੀਫ ਬਾਰੇ ਗੱਲ ਕਰਦੇ ਹਾਂ ਜਾਂ ਅਫਸੋਸ ਬਾਰੇ ਉਹਦਾ ਕੋਈ ਟਾਈਮ ਫਰੇਮ ਨਹੀਂ ਹੁੰਦਾ ਸਮਝੋ ਜੇ ਸਾਡੀ ਕੋਈ ਬੋਨ ਟੁੱਟ ਪੈਂਦੀ ਹੈ ਡਾਕਟਰ ਕਹਿੰਦਾ ਕਿ 4 ਤੋਂ 6 ਹਫ਼ਤੇ ਲੱਗਦੇ ਆ ਠੀਕ ਹੋ ਜਾਣਾ ਪਰ ਅਫਸੋਸ ਨੂੰ ਲੈ ਕੇ ਕੋਈ ਟਾਈਮ ਫਰੇਮ ਨਹੀਂ ਹੁੰਦਾ ਜਿੱਦਾਂ ਮਨੀਤ ਬਿਗਿਨਿੰਗ ਦੇ ਵਿੱਚ ਕਹਿ ਰਹੀ ਸੀ ਕਿ ਹਰ ਇੰਡੀਵਿਜੂਅਲ ਈਵਨ ਇੱਕ ਫੈਮਿਲੀ 'ਚੋਂ ਵੱਖਰੇ ਵੱਖਰੇ ਵੇਜ਼ ਦੇ ਰਾਹੀਂ ਗ੍ਰੀਫ ਨੂੰ ਐਕਸਪੀਰੀਅੰਸ ਕਰਦਾ ਆ ਸੋ ਤਾਂ ਹੀ ਅਸੀਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਅਫਸੋਸ ਦਾ ਪ੍ਰੋਸੈਸ ਆ ਇਹ ਨਹੀਂ ਕਿ ਸ਼ਾਇਦ 1 ਮਹੀਨਾ ਲੱਗੂਗਾ 6 ਮਹੀਨੇ ਲੱਗੂਗੇ ਹਰ ਇੰਡੀਵਿਜੂਅਲ ਲਈ ਇੱਕ ਪ੍ਰੋਸੈਸ ਬਹੁਤ ਅਲੱਗ ਹੈਗਾ ਆ ਪਰ ਮਦਦ ਤੁਹਾਡੇ ਲਈ ਹੈਗੀ ਆ ਐਂਡ ਮੈਂ ਮਨੀਤ ਨੂੰ ਵੀ ਮੌਕਾ ਦਊਂਗੀ ਉਹ ਵੀ ਥੋੜਾ ਸ਼ੇਅਰ ਕਰੂਗੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਕਮਿਊਨਿਟੀ ਇਕੱਠੀ ਹੋ ਕੇ ਇੱਕ ਦੂਜੇ ਦੀ ਮਦਦ ਕਰ ਸਕਦੀ ਆ either from a professional way or from a community support aspect. Yeah, I think ਇਹਦੇ ਵਿੱਚ ਇਕੱਠੇ ਹੋਣਾ ਬਹੁਤ ਇੰਪੋਰਟੈਂਟ ਹੈਗਾ ਆ ਤੇ ਜਿਵੇਂ ਅੱਜ ਦਾ ਇਹ ਐਪੀਸੋਡ ਦੇ ਵਿੱਚ ਲੋਕੀ ਦੇ ਕਮਿਊਨਿਟੀ ਮੈਂਬਰ ਹੈਗੇ ਆ ਇੱਕ ਪਰਸਨਲ ਕਮਿਊਨਿਟੀ ਮੈਂਬਰ ਜਿਨ੍ਹਾਂ ਦੇ
ਫੈਮਿਲੀ ਮੈਂਬਰ ਦੀ ਲਾਈਫ ਲਾਸਟ ਹੋ ਗਈ ਇਹ ਇਨਸੀਡੈਂਟਸ ਦੇ ਵਿੱਚ ਆਈ ਥਿੰਕ ਇਹ ਆਪਾਂ ਨੂੰ ਦਿਖਾ ਰਿਹਾ ਸਾਰਿਆਂ ਨੂੰ ਇਨਕਰੇਜ ਕਰ ਰਿਹਾ ਕਿ ਆਪਣੇ ਕਮਿਊਨਿਟੀ ਦੇ ਵਿੱਚ ਆਈ ਨੋ ਕਈ ਵਾਰ ਆਪਾਂ ਹੈਜ਼ਿਟੇਟ ਕਰਦੇ ਹਾਂ ਗੱਲਬਾਤ ਨਹੀਂ ਕਰਨਾ ਚਾਹੁੰਦੇ ਤੇ ਖਾਸ ਕਰਕੇ ਆਈ ਥਿੰਕ ਕਾਫੀ ਜਾਣੇ ਗੱਲਬਾਤ ਹੁੰਦੀ ਆ ਮਾਨਸਿਕ ਸਿਹਤ ਬਾਰੇ ਲੋਕ ਸੋਚਣਗੇ ਕਿ ਮੈਂ ਪਾਗਲ ਹਾਂ ਜਾਂ ਮੇਰਾ ਪਰਿਵਾਰ ਪਾਗਲ ਆ ਜਾਂ ਅਸੀਂ ਸਟਰੋਂਗ ਨਹੀਂ ਹੈਗੇ ਆਈ ਥਿੰਕ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਲੋਕ ਕਹਿੰਦੇ ਆ ਅਸੀਂ ਆਪਦੇ ਕੰਮ ਦੇ ਵਿੱਚ ਜਿਵੇਂ ਦੇਖਿਆ ਜਦੋਂ ਤੁਸੀਂ ਗੱਲ ਸ਼ੁਰੂਆਤ ਕਰਦੇ ਹੋ ਲੋਕਾਂ ਨੂੰ ਮੌਕਾ ਦਿੰਦੇ ਹੋ ਗੱਲਬਾਤ ਕਰਨ ਦਾ ਉਹ ਮੌਕਾ ਲੈ ਕੇ ਉਹਨਾਂ ਨੂੰ ਹੈਲਥੀ ਤਰੀਕੇ ਮਿਲਦੇ ਆ ਸਹਾਰੇ ਲਈ I know Komal, like you mentioned see how they share kita family members, right? Like all family members jina di there's family members out there jina di life lost hogi. There's other family members jehde aas paas sige ja ਉਹਨਾਂ ਨੇ bodies ਦੇਖੀਆਂ trauma ਦਾ level impact ਬਹੁਤ ਵੱਖਰਾ ਹੁੰਦਾ ਤੇ ਇਹਦੇ ਵਿੱਚ ਤੁਸੀਂ ਕਈ ਤਰੀਕੇ ਆਪਾਂ ਦੇ ਪੀਅਰਸ ਤੋਂ ਸਿੱਖ ਸਕਦੇ ਹਾਂ ਆਪਾਂ ਇੱਕ ਦੂਜੇ ਦੇ ਵੱਲ ਦੇਖ ਸਕਦੇ ਹਾਂ ਕਿ ਤੁਸੀਂ ਇਹ ਔਖੀ ਘੜੀ ਆ ਦੇ ਲਾਈਫ ਦੇ ਵਿੱਚ ਪਹਿਲਾਂ ਕੱਢੀ ਹੋਈ ਆ ਉਹ ਤੁਸੀਂ ਕਿਵੇਂ ਕੱਢੀ ਸੀ ਤੁਸੀਂ ਪਾਠ ਕੀਤਾ ਸੀਗਾ ਤੁਸੀਂ ਆਦੇ ਪਰਿਵਾਰ ਦੇ ਵਿੱਚ ਗੱਲ ਕੀਤੀ ਸੀ ਤੁਸੀਂ ਆਦੀ ਖੁਰਾਕ ਵੱਲ ਧਿਆਨ ਦਿੱਤਾ ਸੀਗਾ ਪਰ ਕਈ ਵਾਰ ਆਪਣਾ ਮੌਕਾ ਆਉਂਦਾ ਆ ਕਿ doesn't matter ਤੁਸੀਂ ਕੀ ਕਰ ਰਹੇ ਹੋ ਪਰ ਤੁਸੀਂ ਫਿਰ ਵੀ struggle ਕਰ ਰਹੇ ਹੋ ਤੇ ਇਹਦੇ ਵਿੱਚ ਜਦੋਂ ਆਪਾਂ ਜੇ ਬਾਂਹ ਟੁੱਟਦੀ ਆ ਆਪਾਂ ਡਾਕਟਰ ਕੋਲ ਜਾਂਦੇ ਆ ਮਾਨਸਿਕ ਸਿਹਤ ਬਾਰੇ ਐਸੇ ਹਾਸੇ ਬਾਰੇ ਜਦੋਂ ਤੁਸੀਂ ਹੈਲਪ ਲੈਂਦੇ ਹੋ ਉਹਦੇ ਵਿੱਚ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਹੈਗੀ ਰਾਈਟ ਹੁਣ ਜਿਵੇਂ ਅਸੀਂ ਮੈਂਟਲ ਹੈਲਥ ਨਰਸਿੰਗ ਦਾ ਕੰਮ ਕਰ ਰਹੇ ਹਾਂ ਸਾਡਾ ਹੋਪ ਹੈਗਾ ਅੱਜ ਜਿਵੇਂ ਅਸੀਂ ਸਾਰਿਆਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਅੱਜ ਅਸੀਂ ਐਪੀਸੋਡ ਦੀ ਸ਼ੁਰੂਆਤ ਕਰ ਰਹੇ ਹਾਂ ਕਿ ਇਹਦੇ ਬਾਰੇ ਅਸੀਂ ਗੱਲ ਕਰੀਏ ਪਰ ਅਸੀਂ ਦੇਖ ਰਹੇ ਹਾਂ ਕਿ ਲੋਕੀ ਦੇ ਨਾਲ ਕੋਮਲ ਦੇ ਸਪੋਰਟ ਦੇ ਨਾਲ ਕਮਿਊਨਿਟੀ ਲਈ ਮਾਨਸਿਕ ਸਿਹਤ ਬਾਰੇ ਇਨਫੋਰਮੇਸ਼ਨ ਸੈਸ਼ਨਸ ਅਸੀਂ ਕਿਵੇਂ ਆਰਗੇਨਾਈਜ਼ ਕਰ ਸਕਦੇ ਹਾਂ ਪਰ ਉਸ ਲਈ ਸਾਨੂੰ ਸਾਰਿਆਂ ਨੂੰ ਮੌਕਾ ਦੇ ਕੇ ਉਹ ਚੀਜ਼ ਤੇ ਆਉਣਾ ਚਾਹੀਦਾ because ਕਈ ਵਾਰ ਆਪਾਂ ਸੋਚਦੇ ਹਾਂ ਕਿ ਜੇ ਇਨਫੋਰਮੇਸ਼ਨ ਆਪਾਂ ਨੂੰ ਮਿਲਦੀ ਆ ਮੈਂ ਆਪਦਾ ਐਗਜ਼ਾਮਪਲ ਲੈ ਕੇ ਮੈਂ ਕਹਿ ਦੇਵਾਂ ਉਹ ਮੈਨੂੰ ਨਹੀਂ ਲੋੜ ਹੈਗੀ ਮੈਂ ਠੀਕ ਹਾਂ ਪਰ ਕਈ ਵਾਰ ਇਹ ਇਨਫੋਰਮੇਸ਼ਨ ਕਿਸੇ ਹੋਰ ਦੀ ਬੈਨੀਫਿਟ ਲਈ ਹੋ ਸਕਦੀ ਆ ਸੋ ਕੋਮਲ ਤੁਹਾਡੇ ਪਰਸਪੈਕਟਿਵ ਤੋਂ ਤੁਹਾਡੇ ਫੈਮਿਲੀ ਐਕਸਪੀਰੀਅੰਸ ਤੋਂ ਜਿਹੜੇ ਕਮਿਊਨਿਟੀ ਮੈਂਬਰਸ ਅੱਜ ਦੇਖ ਰਹੇ ਆ ਤੇ ਉਹਨਾਂ ਨੂੰ ਅਸੀਂ ਇਨਕਰੇਜ ਕਰ ਰਹੇ ਹਾਂ ਕਿ ਤੁਸੀਂ ਆਓ ਫਿਊਚਰ ਸੈਸ਼ਨਸ ਦੇ ਵਿੱਚ ਇਨਫੋਰਮੇਸ਼ਨ ਸੈਸ਼ਨਸ ਜੇ ਅਸੀਂ ਵਰਕਸ਼ਾਪਸ ਆਰਗੇਨਾਈਜ਼ ਕਰੀਏ ਮੈਂਟਲ ਹੈਲਥ ਬਾਰੇ ਮਾਨਸਿਕ ਸਿਹਤ ਬਾਰੇ ਰਿਲੇਟਡ ਟੂ ਦਿਸ ਟਰਾਮੈਟਿਕ ਇਵੈਂਟ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਿਉਂ ਆਉਣਾ ਚਾਹੀਦਾ I think ਪਹਿਲੀ ਤਾਂ ਮੇਨ ਗੱਲ ਇਹ ਆ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਬਿਕਾਜ਼ ਸਾਡੀ ਕਮਿਊਨਿਟੀ ਨੇ ਬਹੁਤ ਭੈੜੀਆਂ ਹੈਬਿਟਾਂ ਬਣਾ ਲਈਆਂ ਆ ਸੋ ਇੱਕ ਤਾਂ ਜਿੱਦਾਂ ਮੇਰੇ ਮੰਮੀ ਡੈਡੀ ਸੀ ਇਹਨੇ ਆਪਣੀ ਪੂਰੀ ਲਾਈਫ ਖੇਤੀ ਕੀਤੀ ਰਾਈਟ ਇਹ ਸਵੇਰੇ ਉੱਠਦੇ ਸੀ ਰਾਤ ਨੂੰ ਆਉਂਦੇ ਸੀ they didn't really have a lot of time to think about anything else ਉਹੀ ਕੰਮ ਕਰਦੇ ਸੀ ਸੋ ਉਹ ਆਪਣੀਆਂ ਗੱਲਾਂ ਦਬਾ ਕੇ ਰੱਖਦੇ ਸੀ ਸੋ ਜਿਹੜੇ ਉਹਨਾਂ ਦੇ ਅੱਗੇ ਨਿਆਣੇ ਹੁੰਦੇ ਸੀ ਨਿਆਣੇ ਨੂੰ ਇਹ ਕਹਿੰਦੇ ਸੀ hey you need to be strong hey you need to be happy ਅਸੀਂ ਤੁਹਾਡੇ ਲਈ ਇੰਨਾ ਕਰਦੇ ਆ ਜਿਹੜੇ ਨਿਆਣੇ ਆ ਹੁਣ ਜਿਹੜੀ ਸਾਡੀ ਜਨਰੇਸ਼ਨ ਆ ਉਹ ਸੋਚਦੀ ਆ ਨਹੀਂ ਅਸੀਂ ਇਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਹੈਗੇ ਬਿਕਾਜ਼ ਇਹਨਾਂ ਨੇ ਸਾਡੇ ਲਈ ਇੰਨਾ ਕੀਤਾ ਜੇ ਅਸੀਂ ਉਹਨਾਂ ਨੂੰ ਕੁਝ ਕਹੋਗੇ ਉਹ ਸੋਚੂਗੇ ਵੀ ਉਹ ਅਸੀਂ ਇੰਨਾ ਭੈੜਾ ਕੀਤਾ ਰਾਈਟ we don't want to hurt their feelings so the thing is ਜੇ ਕਮਿਊਨਿਟੀ ਇਕੱਠੀ ਹੋਊਗੀ ਤਾਂ ਇਸ ਚੀਜ਼ਾਂ ਦੀ ਨੌਲੇਜ ਲਊਗੀ ਵੱਡੀ ਤਾਂ ਇਹੀ ਗੱਲ ਹੈ people don't have the knowledge on these things ਤਾਂ like it's such a taboo subject because of the lack of knowledge ਹੁਣ Indianapolis ਦੀ ਸੰਗਤ ਆ we have tried I know Jassi can agree with this ਅਸੀਂ ਬਹੁਤ try ਕੀਤਾ to get the community to come together ਲੋਕੀ ਆ ਪਤਾ ਨਹੀਂ like competition judgment all of that ਉਹਦੇ ਕਰਕੇ ਲੋਕੀ ਇਕੱਠੇ ਨਹੀਂ ਹੁੰਦੇ ਹੈਗੇ ਹੁਣ ਮੇਰੀ ਬੀਬੀ ਆ ਨਾ ਮੈਂ ਆਪਣੀ ਬੀਬੀ ਨੂੰ ਪੁੱਛਦੀ ਆ ਬੀਬੀ was there for 47 ਪਾਕਿਸਤਾਨ ਤੋਂ ਤੁਰ ਕੇ ਆਏ ਸੀ she saw a lot our parents 84 and now us ਹੁਣ ਦਾ ਸਾਰਾ ਕੁਝ ਹੋਣ ਡਿਆ ਆ and we didn't learn any good habits ਹੁਣ we need to organize mental health resources ਆਪਣੇ ਲਈ so we can have good habits ਅਸੀਂ ਆਪਣੇ ਨਿਆਣੇ ਨੂੰ ਦੱਸੀਏ but also to make sure that we're healing their trauma as well ਹੁਣ ਅਸੀਂ generational trauma ਦੀ ਗੱਲ ਕਰਦੇ ਆ right ਅਸੀਂ ਸੋਚਦੇ ਸਾਨੂੰ ਇਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਦੁੱਖ ਹੁੰਦਾ ਆ ਪਰ ਅਸੀਂ ਇਹਨਾਂ ਲਈ ਕੀਤਾ ਕੀ ਆ ਅਸੀਂ ਇਹਨਾਂ ਦੀ ਕਿਹੜੀ ਹੈਲਪ ਕੀਤੀ ਅਸੀਂ ਇਹਨਾਂ ਦੀ ਕਿਹੜੀ ਕਾਉਂਸਲਿੰਗ ਕੀਤੀ ਰਾਈਟ ਅਸੀਂ ਇਹੀ ਗੱਲ ਕਰੀ ਜਾਂਦੇ ਆ ਵੀ ਜਨਰੇਸ਼ਨਲ ਟਰਾਮਾ ਹੋਇਆ ਸਾਨੂੰ ਇਸ ਗੱਲ ਦਾ ਟਰਾਮਾ ਹੋਇਆ ਬਟ
here in America ਸਾਡੇ ਇੰਨੇ resources ਨਹੀਂ ਹੈਗੇ ਅਸੀਂ ਇੰਨੀਆਂ ਚੀਜ਼ਾਂ ਤੇ divided ਆ like ਗੁਰਦੁਆਰੇ divided ਆ ਉਦਾਂ ਸੰਗਤ caste ਦੇ ਨਾਲ divided ਆ ਹੋਰ ਕੋਈ ਚੀਜ਼ ਨਾਲ divided ਆ like ਅਸੀਂ ਇੱਥੇ ਸਾਡੀ ਗੱਲ ਅੜੀ ਆ and I think ਜੇ ਅਸੀਂ ਇਕੱਠੇ ਹੋਈਏ ਨਾ like the Sikh ਸੰਗਤ is huge worldwide ਸਾਡੇ ਇੰਨੇ ਬੰਦੇ ਆ ਜੇ ਅਸੀਂ ਇਕੱਠੇ ਹੋਈਏ ਸਾਡਾ ਇੱਕ plan ਹੋਵੇ for mental health resources ਅਸੀਂ ਤਾਂ ਕੁਛ ਵੀ ਕਰ ਸਕਦੇ ਆ honestly ਜਿੰਨਾ ਸਾਡਾ strength ਹੋ ਸਕਦਾ ਆ ਜਿੰਨਾ ਅਸੀਂ ਆਪਣੇ ਦਿਮਾਗ ਨੂੰ peace ਦੇ ਸਕਦੇ ਆ we could do so much and I think that is the main reason that people should come to these mental health resources ਤਾਂ ਹੀ ਲੋਕਾਂ ਨੂੰ ਸਿੱਖਣਾ ਚਾਹੀਦਾ ਆ ਨਿਆਣਿਆਂ ਨੂੰ ਸਿੱਖਣਾ ਚਾਹੀਦਾ ਆ ਤੁਸੀਂ ਆਪਣੇ ਮਾਪੇ ਨੂੰ ਸਿਖਾਓ ਤੁਸੀਂ ਆਪਣੇ ਬੀਬੀ ਬਾਬੇ ਨਾਲ ਤੁਸੀਂ ਗੱਲ ਕਰੋ ਵੀ ਇਦਾਂ ਆ you know this isn't just about our generation we need to help them like ਮੈਂ ਇਹੀ ਗੱਲ ਸੋਚਦੀ ਹੁੰਨੀ ਆ like my baba ji passed away but my bibi is still here I tried to give her as many resources ਮੈਂ ਬੀਬੀ ਨੂੰ ਕਹਿੰਨੀ ਆ okay ਕੋਈ ਗੱਲ ਨਹੀਂ ਬੀਬੀ ਤੁਸੀਂ ਇਹ ਦੇਖਿਆ but ਤੁਸੀਂ ਆਪਣੀ ਲਾਈਫ 'ਚ ਇਹ ਵੀ ਚੀਜ਼ਾਂ ਹੋਰ ਵੀ ਤੁਸੀਂ ਬਹੁਤ ਵਧੀਆ ਚੀਜ਼ਾਂ ਦੇਖੀਆਂ right I help her because they deserve to have peace before they pass away and we need to make sure that we're a part of that process that's why this like now we need to take it by storm mental health we need to address it yeah I thank you guys for this like you guys are so important in this process thank you so much Komal ਤੁਹਾਡਾ passion ਦੇਖ ਕੇ you know hopefully ਜਿਹੜੇ viewers ਹੈਗੇ ਆ ਉਹਨਾਂ ਦੇ ਵਿੱਚ ਅੰਦਰ ਵੀ ਕੋਈ ਇਦਾਂ ਦਾ passion ਆਵੇ ਕਿ ਹੁਣ ਇਹ ਮੌਕਾ ਹੈਗਾ ਆ ਕਿ ਜਿੱਦਾਂ ਤੁਸੀਂ ਕਹਿ ਰਹੇ ਸੀਗੇ you know ਸਾਰੇ community ਦੇ ਵਿੱਚ you know situations ਹੈਗੇ ਜਿਹਨਾਂ ਨੂੰ ਅਸੀਂ improve ਕਰ ਸਕਦੇ ਆ but community ਦੇ ਵਿੱਚ ਬਹੁਤ strengths ਵੀ ਹੁੰਦੀਆਂ ਆ ਜਿੱਦਾਂ ਅਸੀਂ ਇਸ discussion ਵਿੱਚ ਵੀ ਕਿਹਾ you know ਸਾਡੀ community ਹਮੇਸ਼ਾ ਦੂਸਰਿਆਂ ਬਾਰੇ ਸੋਚਦੀ ਆ ਉਹਨਾਂ ਦੀ ਅਸੀਂ ਕਿੱਦਾਂ ਮਦਦ ਕਰੀਏ ਜਿੱਦਾਂ ਤੁਸੀਂ ਕਹਿ ਰਹੇ ਸੀਗੇ world wide you know Sikh community ਕਿੰਨੀ ਹੈਗੀ ਆ ਜੇ ਅਸੀਂ ਇਕੱਠੇ ਹੁੰਦੇ ਆ ਤੇ ਫਿਰ ਕੀ ਹੋ ਸਕਦਾ ਆ ਸੋ I think ਇਹ ਵੀ ਜ਼ਰੂਰੀ ਆ ਕਿ even ਜੇ ਕੋਈ ਹਾਦਸਾ ਹੁੰਦਾ ਆ ਕੋਈ ਸਦਮਾ ਹੁੰਦਾ ਆ of course ਜੋ ਅਸੀਂ ਉਸ ਵੇਲੇ experience ਕਰ ਰਹੇ ਆ ਸਾਨੂੰ ਕਰਨਾ ਚਾਹੀਦਾ ਆ feelings validate ਕਰਨੇ ਚਾਹੀਦੇ ਆ you know ਤਰੀਕੇ like ਸਿਹਤਮੰਦ ਤਰੀਕੇ ਅਪਣਾਉਣੇ ਚਾਹੀਦੇ ਹੈਗੇ ਆ ਸੋ ਅਸੀਂ ਇਕੱਠੇ ਹੋ ਕੇ ਇੱਕ ਦੂਜੇ ਦਾ ਸਹਾਰਾ ਬਣ ਸਕਦੇ ਆ ਸੋ ਤਾਂ ਹੀ ਜਿੱਦਾਂ ਮਨੀਤ ਕਹਿ ਰਹੀ ਸੀਗੀ ਇਹ ਸਿਰਫ ਇੱਕ introductory ਅੱਜ ਐਪੀਸੋਡ ਹੈਗਾ ਆ ਸ਼ਾਇਦ ਅੱਗੇ ਜਾ ਕੇ ਅਸੀਂ ਹੋਰ ਵੀ ਤੁਹਾਡੇ ਨਾਲ ਗੱਲਬਾਤ ਜਾਰੀ ਰੱਖੀਏ ਕਿਉਂਕਿ ਬਹੁਤ ਚੀਜ਼ਾਂ ਹੈਗੀਆਂ ਆ ਜਿਹਦੇ ਬਾਰੇ ਅੱਜ ਅਸੀਂ ਗੱਲ ਵੀ ਨਹੀਂ ਕੀਤੀ ਪਰ ਸਾਡਾ ਇਹੀ ਮਕਸਦ ਆ ਕਿ you know ਅੱਜ ਗੱਲ ਸ਼ੁਰੂਆਤ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਕੋਈ you know workshops ਕਰੀਏ ਜਾਂ ਕੁਝ ਕਰੀਏ ਅੱਗੇ ਅਸੀਂ ਸੋਚਾਂਗੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਸਿੱਖ ਪੰਜਾਬੀ ਕਮਿਊਨਿਟੀ ਨੂੰ ਸਪੈਸ਼ਲ ਇੰਡੀਅਨਾਪੋਲਿਸ ਦੇ ਵਿੱਚ ਉਹਨੂੰ ਇਕੱਠਾ ਕਰ ਸਕਦੇ ਆ ਸੋ ਉਹ ਜਿੱਦਾਂ ਤੁਸੀਂ ਕਹਿ ਰਹੇ ਸੀ ਉਹ ਹੈਲਥੀ ਤਰੀਕੇ ਸਿੱਖ ਸਕਦੇ ਆ ਆਪਣੇ ਲਈ ਆਪਣੇ ਬੱਚਿਆਂ ਲਈ ਐਂਡ ਉਹ ਜਿਹੜਾ ਜਨਰੇਸ਼ਨਲ ਟਰਾਮਾ ਆ ਉਹਦੇ ਬਾਰੇ ਜੋ ਤੁਸੀਂ ਗੱਲ ਕਰ ਰਹੇ ਸੀ ਸੋ ਅਸੀਂ ਉਹਨਾਂ ਨੂੰ you know ਉਹਨਾਂ ਦੀ ਨੌਲੇਜ ਵਧਾ ਸਕੀਏ actually strategies ਦੇ ਸਕੀਏ ਕਿ okay ਹੁਣ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਮਦਦ ਕਰ ਸਕਦੇ ਆ ਨਾਲੇ ਇੱਕ ਮੌਕਾ ਮਿਲਦਾ ਆ ਜਦ ਅਸੀਂ ਇਦਾਂ ਦਾ ਕੋਈ ਗਰੁੱਪ ਫਾਰਮ ਕਰਦੇ ਆ ਇੱਕ ਦੂਜੇ ਦਾ ਸਹਾਰਾ ਬਣਨ ਦੀ ਐਂਡ ਉਹ ਵੀ ਬਹੁਤ ਜ਼ਰੂਰੀ ਹੈਗਾ ਆ ਸੋ ਆਫ ਕੋਰਸ ਉਹਦੇ ਲਈ you know ਉੱਥੇ ਦੀ ਕਮਿਊਨਿਟੀ ਹੈਗੀ ਆ ਅੱਜ ਤੁਸੀਂ ਜੱਸੀ ਇੱਥੇ ਆਏ ਲੋਕੀ ਤੁਹਾਡੇ ਉੱਥੇ ਹੈਗੇ ਆ ਸੋ ਤੁਸੀਂ ਉਹਨਾਂ ਨੂੰ ਵੀ ਰੀਚ ਆਊਟ ਕਰ ਸਕਦੇ ਐਂਡ ਜੇ ਹੋਰ ਕੋਈ ਤੁਹਾਡੇ ਕੋਲ ਸਵਾਲ ਹੈਗੇ ਆ ਜਾਂ ਕਮੈਂਟਸ ਹੈਗੇ ਆ ਤੁਸੀਂ ਸੋਚ ਮੈਂਟਲ ਹੈਲਥ ਨੂੰ ਵੀ ਰੀਚ ਆਊਟ ਕਰ ਸਕਦੇ ਆ ਸਾਡਾ ਇਹੀ ਮਕਸਦ ਆ ਕਿ ਅਸੀਂ ਇਕੱਠੇ ਹੋ ਕੇ ਇੱਕ ਦੂਜੇ ਦੀ ਸੋਚ ਬਦਲ ਸਕੀਏ ਮਾਨਸਿਕ ਸਿਹਤ ਨੂੰ ਲੈ ਕੇ ਸੋ ਪਲੀਜ਼ ਤੁਸੀਂ ਸਾਡੇ ਐਪੀਸੋਡਸ ਦੇਖਦੇ ਰਹੋ ਐਂਡ ਇਹ ਜਿਹੜੀ ਕਨਵਰਸੇਸ਼ਨ ਹੈਗੀ ਆ ਅਸੀਂ ਕੰਟੀਨਿਊ ਕਰਾਂਗੇ ਕਿਉਂਕਿ ਇਹ ਟਾਈਮ ਹੈਗਾ ਹੈ ਜਿਹਦਾ ਕੋਮਲ ਕਹਿ ਰਹੇ ਸੀਗੇ ਇੱਕ ਦੂਜੇ ਦੀ ਸੋਚ ਬਦਲਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ